ਇੰਡੀਆ ਦੇ ਅੰਦਰ ਅਸੀਂ ਦੇਖਦੇ ਹਾਂ, ਜੀ ਇੰਡੀਆ ਦੇ ਅੰਦਰ ਪੰਜਾਬ ਦੇ ਵਿੱਚ ਜਿਤਨੇ ਵੀ ਉੱਥੋਂ ਦੇ ਪਾਰਲੀਮੈਂਟੇਰੀਅਨ ਉਹ ਪੰਜਾਬੀ ਵਿੱਚ ਗੱਲ ਕਰਨਗੇ, ਗੁਜਰਾਤ ਦੇ ਗੁਜਰਾਤੀ 'ਚ ਗੱਲ ਹਾਂਜੀ ਕਰਨਗੇ, ਕਿਤੇ ਹੋਰ ਦਾ ਤਾਮਿਲਨਾਡੂ ਦੇ ਅੱਗੇ ਜਿਤਨੇ ਵੀ ਅਸੀਂ ਜਾਂਦੇ ਹਾਂ, ਔਰ ਅੱਗੇ ਅਸੀਂ ਬੰਗਲਾਦੇਸ਼ ਦੇ ਵਿੱਚ ਜਾਂਦੇ ਹਾਂ ਉਹ ਬੰਗਾਲੀ ਦੇ ਵਿੱਚ ਕਰਨਗੇ। ਲੇਕਿਨ ਇੱਥੇ ਪਾਬੰਦੀ ਲਾ ਦਿੱਤੀ ਗਈ ਇੱਕ ਸੋਚੀ ਸਮਝੇ ਜ਼ੇਨ ਦੇ ਤਹਿਤ ਕਿ ਪੰਜਾਬੀ ਨੂੰ ਅਸੀਂ ਕਿਵੇਂ ਪਿੱਛੇ ਡੀਫੇਮ ਕਰਨਾ ਹੈ। ਇਸ ਲਈ ਪੰਜਾਬ ਅਸੈਂਬਲੀ ਦੇ ਵਿੱਚ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਦੂਸਰੀ ਜ਼ਬਾਨ ਜਿਹੜੀ ਪੰਜਾਬੀਆਂ ਤੇ ਥੋਪੀ ਗਈ ਹੈ, ਜਿਵੇਂ ਪੰਜਾਬੀਆਂ ਤੇ ਮੁਸੱਲਤ ਕੀਤੀ ਗਈ ਹੈ, ਉਹਨੂੰ ਤਸਬ ਨਹੀਂ ਕਹਿੰਦੇ। ਆਪਣੀ ਜ਼ਬਾਨ ਨੂੰ ਜਿਹਦੀ ਹਿਸਟਰੀ ਹਜ਼ਾਰਾਂ ਸਾਲਾਂ ਦੀ ਹੈ ਔਰ ਜਿਹਦੇ ਵਿੱਚ ਇਤਨਾ ਰਿਚ ਲਿਟਰੇਚਰ ਔਰ ਰਿਚ ਵਿਰਸਾ ਪਿਆ ਹੈ, ਉਹਦੀ ਗੱਲ ਕਰੋਗੇ ਤੇ ਆਪਣੇ ਹੀ ਲੋਕ ਕਹਿਣਗੇ ਕਿ ਇਹ ਤਸਬ ਹੈ, ਤੁਸੀਂ ਤਸਬ ਵਰਤ ਰਹੇ। ਸੋ ਸਿਚੁਏਸ਼ਨ ਪਾਕਿਸਤਾਨੀ ਪੰਜਾਬ ਦੇ ਅੰਦਰ ਜ਼ਬਾਨ ਨੂੰ ਲੈ ਕੇ, ਕਲਚਰ ਨੂੰ ਲੈ ਕੇ ਉਹ ਬਹੁਤ ਖਰਾਬ ਹੈ। ਉਰਦੂ ਸਪੀਕਿੰਗ ਦੇ ਬਹੁਤ ਵੱਡੇ ਸ਼ਾਇਰ ਆ ਪਾਕਿਸਤਾਨ ਦੇ ਅੰਦਰ, ਜੌਨ ਈਲੀਆ, ਪ੍ਰੋਨਾਂਸੀਏਸ਼ਨ ਵਿੱਚ ਮੇ ਵੀ ਜੀ ਕੁਝ ਹੋਰ ਤਰ੍ਹਾਂ ਬੋਲਿਆ ਜਾਂਦਾ ਹੋਵੇ। ਉਹਨਾਂ ਨੇ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਪਾਕਿਸਤਾਨ ਅਲੀਗੜ੍ਹ ਕੇ ਲੌਂਡੋं की साजिश है। ਸੋ ਜਿਹੜੇ ਅਲੀਗੜੀਏ ਸੀ ਨਾ ਪਾਕਿਸਤਾਨ ਬਣਾਉਣ ਦੇ ਪਿੱਛੇ ਸਾਰੀ ਮੂਵਮੈਂਟ ਇਹਨਾਂ ਦੀ ਸੀ। ਉਰਦੂ ਕੌਮੀ ਭਾਸ਼ਾ ਜਿਹੜੀ ਪੰਜਾਬੀਆਂ ਦੀ ਕੌਮੀ ਭਾਸ਼ਾ ਨਹੀਂ ਸੀ, ਉਹ ਬਣਾ ਦਿੱਤੀ ਗਈ। ਅਸੀਂ ਚੁੱਪ ਕਰਕੇ ਬੈਠੇ ਰਹੇ। ਸਾਡੀ ਅਸੈਂਬਲੀ ਦੀ ਜ਼ਬਾਨ ਉਰਦੂ ਨਹੀਂ ਸੀ, ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਰਦੂ ਬੋਲਦੇ। ਅਦਾਲਤਾਂ ਦੀ ਜ਼ਬਾਨ ਜਿਹੜੀ ਆਮ ਬੰਦੇ ਦੇ ਮਸਲੇ ਜਿੱਥੇ ਡਿਸਕਸ ਹੋਣ ਉਹਦੀ ਜ਼ਬਾਨ ਦੇ ਵਿੱਚ ਹੋਣੇ ਚਾਹੀਦੇ ਸੀ, ਉਹਦੀ ਜ਼ਬਾਨ ਦੇ ਵਿੱਚ ਨਹੀਂ ਹੈ। ਸਾਡਾ ਜਿਤਨਾ ਤਾਲੀਮੀ ਸਿਸਟਮ ਹੈ ਉਹਦੇ ਵਿੱਚ ਸਾਰੀ ਜਿਹੜੀ ਹੈਜਮਨੀ ਹੈ ਉਹ ਉਰਦੂ ਦੀ, ਪੰਜਾਬੀ ਕਿਤੇ ਨਹੀਂ। ਸੋ ਅਸੀਂ ਤੇ ਚਾਹੁੰਦੇ ਹਾਂ ਕਿ ਸਾਡੀ ਜ਼ਬਾਨ ਨੂੰ, ਸਾਡੇ ਕਲਚਰ ਨੂੰ ਥੋੜ੍ਹੀ ਜਿਹੀ ਸਪੇਸ ਦੇ ਦਿਓ ਕਿ ਐਟਲੀਸਟ ਪੰਜਾਬ ਪੰਜਾਬੀਆਂ ਦਾ ਪੰਜਾਬ ਲੱਗੇ, ਨਾ ਕਿ ਯੂਪੀ ਸੀਪੀ ਵਾਲਿਆਂ ਦਾ ਪੰਜਾਬ। ਬਸ ਇਤਨੀ ਸਾਡੀ ਖਾਸ਼। ਸੋ ਉਹਨਾਂ ਦੇ ਅੰਦਰ ਜਿਹੜਾ ਅੱਜ ਵੀ ਡਰਾਮਾ ਬਣ ਰਿਹਾ ਹੈ ਉਹਦੇ ਅੰਦਰ ਵੀ ਪੰਜਾਬੀ ਨੂੰ ਜਾਹਿਲ ਦਿਖਾਇਆ ਜਾਂਦਾ ਹੈ, ਇੱਕ ਖਾਸ ਸੋਚ ਦੇ ਤਹਿਤ, ਔਰ ਉਹਦੇ ਜਿਹੜਾ ਤਹਿਜ਼ੀਬ ਯਾਫਤਾ ਦਿਖਾਇਆ ਜਾਂਦਾ ਹੈ ਉਰਦੂ ਸਪੀਕਿੰਗ ਦਿਖਾਇਆ ਜਾਂਦਾ ਹੈ। ਮਤਲਬ ਇੱਥੇ ਪੰਜਾਬੀ ਸ਼ਾਇਰ ਜਿਤਨੀ ਅੱਛੀ ਸ਼ਾਇਰੀ ਕਰ ਰਹੀ ਹੈ ਉਹਨੂੰ ਕਿਤੇ ਮਾਨਤਾ ਨਹੀਂ ਮਿਲਦੀ। ਬਾਬਾ ਨਜਮੀ ਜਿਹਾ ਸ਼ਾਇਰ, ਅਫਜ਼ਲ ਸਾਹਿਰ ਜਿਹਾ ਸ਼ਾਇਰ ਉਹ ਸਾਡੇ ਕੋਲ ਹੈ, ਤਜਮਲ ਕਲੀਮ ਜਿਹੇ ਵੱਡੇ ਸ਼ਾਇਰ ਜਿਨ੍ਹਾਂ ਦੇ ਸਾਹਮਣੇ ਅੱਜ ਦੇ ਉਰਦੂ ਪੋਇਟ ਅਸੀਂ ਰੱਖੀਏ ਤਾਂ ਉਰਦੂ ਪੋਇਟ ਦਾ ਲੈਵਲ ਬਹੁਤ ਘੱਟ ਹੈ, ਲੇਕਿਨ ਉਹਨਾਂ ਨੂੰ ਮਾਨਤਾ ਨਹੀਂ ਮਿਲੇਗੀ। ਉਹਨਾਂ ਨੂੰ ਕਿਤੇ ਕਿਸੇ ਨੇ ਬੁਲਾ ਕੇ ਕੋਈ ਆਨਰਰੀ ਸ਼ੀਲਡ ਵੀ ਨਹੀਂ ਦਿੱਤੀ ਕਿ ਤੁਸੀਂ ਬਹੁਤ ਅੱਛੀ ਪੋਇਟਰੀ ਕਰਦੇ ਹੋ। ਔਰ ਉਹ ਸ਼ਾਇਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦੀਆਂ ਬੜੀਆਂ ਪੰਜਾਬੀ ਮਸ਼ਹੂਰ ਨਜ਼ਮਾਂ ਨੇ, ਲੇਕਿਨ ਉਹੀ ਸ਼ਾਇਰ ਤੁਸੀਂ ਦੇਖੋ ਬਦਿਆਨਤੀ ਗੁਜਰਾਤ ਦੇ ਰਹਿਣ ਵਾਲਾ ਸ਼ਾਇਰ ਉਹੀ ਇਹ ਕਹਿੰਦਾ ਹੈ ਕਿ हाँ मुझे उर्दू है पंजाबी से अजीज़ तर क्योंकि मेरी सोच इलाकाई नहीं। और ये ਜਿਹੜੇ ਫਕੀਰ ਅਜ਼ੀਜ਼ੁਦੀਨ ਸਾਹਿਬ ਸਨ ਉਹਨਾਂ ਦੇ ਭਾਈ ਸਨ, ਉਹਨਾਂ ਨੇ ਮਨਾ ਕੀਤਾ ਪਿਛਲੀ ਹਿਸਟਰੀ ਨੂੰ ਦੇਖਦੇ ਹੋਏ ਕਿ ਅਗਰ ਅਸੀਂ ਇੱਥੇ ਸਿਰਫ ਪੰਜਾਬੀ ਨੂੰ ਇਸ ਤਰੀਕੇ ਨਾਲ ਲਿਆਵਾਂਗੇ ਤੇ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹ ਫਾਰਸੀ ਤੇ ਐਂਗਰ ਸ਼ੋ ਕਰੇਗੀ। ਡੀ ਡਾਇਲੌਗ ਟਾਈਮ ਦੇ ਮੰਚ ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਵਿਊਅਰਸ, ਅੱਜ ਅਸੀਂ ਇੱਕ ਅਜਿਹੇ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਨਾਲ ਹੈ, ਪੰਜਾਬੀ ਭਾਸ਼ਾ ਦੇ ਨਾਲ ਹੈ, ਪੰਜਾਬੀ ਕਲਚਰ ਦੇ ਨਾਲ ਹੈ, ਪੰਜਾਬੀ ਸੱਭਿਆਚਾਰ ਦੇ ਨਾਲ ਹੈ। ਉਹ ਸਾਡੇ ਵਾਘੇ ਵਾਲੇ ਬਾਰਡਰ ਦੇ ਪਰਲੇ ਪਾਸੇ ਤੋਂ ਆਉਂਦੇ ਨੇ, ਲਹਿੰਦੇ ਪੰਜਾਬ ਤੋਂ ਆਉਂਦੇ ਨੇ। ਉਹਨਾਂ ਦਾ ਇੱਕ ਆਪਣਾ ਟੀਵੀ ਹੈ, ਪੰਜਾਬੀ ਪ੍ਰਚਾਰ ਟੀਵੀ, ਤੇ ਇਸ ਦੇ ਨਾਲ ਨਾਲ ਉਹ ਇੱਕ ਪੋਲੀਟੀਕਲ ਤਨਜ਼ੀਮ ਨੂੰ ਵੀ ਚਲਾਉਂਦੇ ਨੇਗੇ। ਉਹਨਾਂ ਦੀ ਪੰਜਾਬੀ ਭਾਸ਼ਾ ਦੇ ਪ੍ਰਤੀ ਪਿਆਰ ਤੇ ਉਹਨਾਂ ਜਿਵੇਂ ਉਹ ਸੇਵਾ ਕਰਦੇ ਨੇ ਪੰਜਾਬੀ ਭਾਸ਼ਾ ਦੀ, ਉਹ ਇੱਕ ਬਾਕਮਾਲ ਹੈ। ਜੀ ਹਾਂ, ਮੇਰੀ ਮੁਰਾਦ ਹੈ ਅਹਿਮਦ ਰਜ਼ਾ ਪੰਜਾਬੀ ਹੁਣਾਂ ਦੇ ਨਾਲ। ਅਹਿਮਦ ਰਜ਼ਾ ਪੰਜਾਬੀ ਜੀ, ਤੁਹਾਡਾ ਦੀ ਡਾਇਲੌਗ ਟਾਈਮ ਦੇ ਮੰਚ ਤੇ ਸਵਾਗਤ ਹੈ। ਥੈਂਕ ਯੂ ਬਾਜੀ ਅਮਰਿੰਦਰ ਸਿੰਘ ਜੀ ਔਰ ਸਾਰੇ ਸੁਣਨ ਵਾਲਿਆਂ ਦਾ ਦੀ ਡਾਇਲੌਗ ਟਾਈਮ ਤੇ ਜਿਤਨੇ ਵੀ ਤੁਹਾਨੂੰ ਦੇਖਣ ਵਾਲੇ ਸਭ ਨੂੰ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਅੱਛਾ ਅਹਿਮਦ ਰਜ਼ਾ ਪੰਜਾਬੀ ਜੀ, ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਕਿ ਤੁਸੀਂ ਇੱਕ ਬਹੁਤ ਵੱਡੇ ਪੰਜਾਬ ਦੇ ਸੂਬੇ 'ਚ ਰਹਿੰਦੇ ਹੋ ਜਿਹੜਾ ਕਿ ਪਾਕਿਸਤਾਨੀ ਪੰਜਾਬ ਹੈ। ਯਾਨੀ ਕਿ ਜੇ ਅਸੀਂ ਪੂਰੇ ਪੰਜਾਬ ਦਾ ਖੇਤਰਫਲ ਦੇਖਣਾ ਹੋਵੇ ਤੇ ਜ਼ਿਆਦਾ ਵੱਡਾ ਖੇਤਰਫਲ ਉਹ ਪਾਕਿਸਤਾਨ ਵਾਲੇ ਪਾਸੇ ਆ। ਉੱਥੇ ਤੁਹਾਨੂੰ ਐਡੀ ਕਿਹੜੀ ਲੋੜ ਪੈ ਗਈ ਕਿ ਤੁਹਾਨੂੰ ਪੰਜਾਬੀ ਦਾ ਹੀ ਪ੍ਰਚਾਰ ਕਰਨਾ ਪੈ ਰਿਹਾ ਹੈ? ਬੜਾ ਖੂਬਸੂਰਤ ਸਵਾਲ ਅਮਰਿੰਦਰ ਸਿੰਘ ਜੀ। ਜਿਹੜਾ ਇਸ ਪੰਜਾਬ ਦੇ ਅੰਦਰ ਨਹੀਂ ਰਹਿੰਦਾ ਯਕੀਨਨ ਉਸ ਦਾ ਇਹ ਸਵਾਲ ਬਣਦਾ ਹੈ। ਦੇਖੋ ਪਾਕਿਸਤਾਨ ਜਦੋਂ ਬਣਦਾ ਹੈ ਔਰ ਉਸ ਤੋਂ ਪਹਿਲੇ ਤਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਦੇਖਦੇ ਹਾਂ ਤੇ ਉਹਦੇ 'ਚ ਜਿਤਨਾ ਹਿਸਟੋਰੀਕਲ ਪੰਜਾਬ ਹੈ ਜਾਂ ਜਿਤਨੀ ਸਾਡੀ ਪਰਸਨੈਲਿਟੀਜ਼ ਹਨ ਜਿਨ੍ਹਾਂ ਦੀ ਵਜ੍ਹਾ ਤੋਂ ਅੱਜ ਪੰਜਾਬੀ ਹੈ ਔਰ ਜਿਨ੍ਹਾਂ ਦਾ ਹਮੇਸ਼ਾ ਜ਼ਿਕਰ ਰਹੇਗਾ ਪੰਜਾਬੀ ਦੇ ਵਿੱਚ, ਉਹ ਸਾਰਾ ਲਹਿੰਦੇ ਪੰਜਾਬ ਦੇ ਕੋਲ ਆਉਂਦਾ ਹੈ, ਜਿਹਦੇ ਵਿੱਚ ਧਾਰਮਿਕ ਪੁਆਇੰਟ ਵੀ ਸ਼ਾਮਿਲ ਹਨ। ਬਾਕੀ ਦੂਸਰੇ ਜਿਹੜੇ ਸਾਡੀ ਸਿਆਸਤ ਦੇ ਲੋਕ ਸਨ,
ਪੋਲੀਟੀਕਲ ਐਕਟਿਵਿਸਟ ਸਨ ਔਰ ਉਹਦੇ ਵਿੱਚ ਜਿਹੜੇ ਰੈਵੋਲੂਸ਼ਨਰੀ ਸਨ, ਉਹ ਸਾਰੇ ਲੋਕ ਇੱਥੋਂ ਦੇ ਹੀ ਸਨ, ਲਾਹੌਰ ਦੇ ਸਨ, ਅੰਮ੍ਰਿਤਸਰ ਦੇ ਸਨ, ਜਾਂ ਇਸ ਤੋਂ ਬਾਅਦ ਲਹਿੰਦੇ ਪਾਸੇ ਵਾਲੇ ਦੇ ਲੋਕ ਸਨ। ਇਸ ਤੋਂ ਅੱਗੇ ਅਸੀਂ ਜਾਂਦੇ ਹਾਂ ਤਾਂ 1857 ਦੇ ਵਿੱਚ ਜਿਹੜੀ ਇੱਥੇ ਇੱਕ ਬਹੁਤ ਵੱਡੀ ਮਜ਼ਾਮਤ ਹੁੰਦੀ ਹੈ, ਜਿਸ ਨੂੰ ਇੱਕ ਐਸੀ ਅਵਾਮੀ ਲਹਿਰ ਜਿਹੜੀ ਦੁਨੀਆ ਦੇ ਵਿੱਚ ਸਾਨੂੰ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ। ਉਹ ਜਿਹੜੇ ਪੰਜਾਬ ਦੇ ਬਾਹਰ ਦੇ ਏਰੀਆਜ਼ ਹਨ, ਜਿਹਦੇ ਵਿੱਚ ਬਹਾਵਲ ਨਗਰ ਸ਼ਾਮਿਲ ਹੈ, ਜਿਸ ਵਿੱਚ ਪਾਕਪਤਨ ਹੈ, ਸਾਹੀਵਾਲ ਹੈ, ਔਰ ਇਸ ਤੋਂ ਅੱਗੇ ਅੱਗੇ ਇਹ ਤੋੜ ਚੱਲਦਾ ਵਾ ਸਰਗੋਦਾ ਤੱਕ। ਗੋਰੇ ਦੇ ਖਿਲਾਫ ਜਿਹੜੀ 1857 ਦੇ ਵਿੱਚ ਇਹਨਾਂ ਨੇ ਇੱਕ ਰੈਜ਼ਿਸਟੈਂਸ ਦਿੱਤੀ ਔਰ ਇੱਕ ਬੜੀ ਵੱਡੀ ਅਵਾਮੀ ਜੰਗ ਇਹਨਾਂ ਨੇ ਲੜੀ 42 ਦਿਨ ਦੀ, ਉਹ ਸਾਰੀ ਇਸ ਏਰੀਏ ਦੇ ਵਿੱਚ ਹੀ ਹੈ। ਫਿਰ ਅਸੀਂ ਅਗਰ ਫੋਕ ਕਿਰਦਾਰ ਲਵੀਏ ਤੋਂ ਸਾਰੇ ਦੇ, ਉਹ ਹੀਰ ਰਾਂਝਾ ਹੋਵੇ, ਉਹ ਸੋਹਣੀ ਮਹੀਵਾਲ ਹੋਵੇ, ਮਿਰਜ਼ਾ ਸਾਹਿਬਾ ਹੋਵੇ, ਉਹਨਾਂ ਦਾ ਸਾਰਿਆਂ ਦਾ ਤਾਲੁਕ ਇੱਥੋਂ ਲਹਿੰਦੇ ਪੰਜਾਬ ਤੋਂ ਹੈ। ਅਸੀਂ ਆਪਣੇ ਸੂਫੀ ਸ਼ਹਿਰਾਂ ਵੱਲ ਆਈਏ ਜੀ ਤੇ ਸਾਰੇ ਲੋਕ ਇੱਥੋਂ ਦੇ ਹੀ ਮਿਲਣਗੇ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਸਿਆਸਤ ਕਿਸ ਹੱਦ ਤੱਕ ਜ਼ਮੀਨੀ ਹਕੀਕਤਾਂ ਬਦਲਦੀ ਹੈ, ਉਹ ਅਗਰ ਅਸੀਂ ਦੇਖਣਾ ਹੋਵੇ ਤੇ ਉਹ ਲਹਿੰਦੇ ਪੰਜਾਬ ਦੇ ਅੰਦਰ ਅਸੀਂ ਦੇਖ ਸਕਦੇ ਹਾਂ। ਲਹਿੰਦੇ ਪੰਜਾਬ ਦੇ ਵਿੱਚ 1857 ਦੇ ਵਿੱਚ ਜਦੋਂ ਸਬ ਕੰਟੀਨੈਂਟ ਦੇ ਵਿੱਚ ਜਦੋਂ ਫੋਰਟ ਵਿਲੀਅਮ ਕਾਲਜ ਬਣਾਇਆ ਜਾਂਦਾ 1870 ਦੇ ਵਿੱਚ, ਤੇ ਉਦੋਂ ਹੀ ਇਹ ਜਿਹੜਾ ਵੰਡ ਦਾ ਫਲਸਫਾ ਸੀ, ਇਸ ਤੋਂ ਪਹਿਲੇ ਜਿਹੜੀ ਬੋਲੀ ਦੀ ਵੰਡ ਸੀ, ਕਲਚਰ ਦੀ ਵੰਡ ਸੀ, ਇਹ ਧਾਰਮਿਕ ਬੁਨਿਆਦਾਂ ਤੇ ਸ਼ੁਰੂ ਹੋ ਗਈ ਸੀ। ਜਿਹੜੇ ਹਿੰਦੂ ਸਪੀਕਿੰਗ ਲੋਕ ਸਨ, ਜੀ ਜਿਹੜੇ ਹਿੰਦੂ ਕਮਿਊਨਿਟੀ ਤੋਂ ਲੋਕ ਸਨ, ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਲੈਂਗੁਏਜ ਹਿੰਦੀ ਹੈ, ਔਰ ਜਿਹੜੇ ਸਾਡੇ ਸਿੱਖ ਭੈਣਾਂ ਭਾਈ ਸਨ, ਉਹਨਾਂ ਨੂੰ ਕਹਿ ਕੇ ਜਿਹੜੀ ਪ੍ਰਮੁੱਖੀ ਹੈ ਤੁਹਾਡੀ ਲੈਂਗੁਏਜ ਪੰਜਾਬੀ ਹੈ। ਸੋ ਜਿਹੜਾ ਲਹਿੰਦੇ ਦਾ ਮੁਸਲਮਾਨ ਪੰਜਾਬੀ ਸੀ, ਜਿਹੜਾ ਜੀ ਅੱਜ ਲਹਿੰਦੇ ਦਾ, ਉਸ ਵੇਲੇ ਤਾਂ ਲਹਿੰਦੇ ਚੜ੍ਹਦੇ ਦਾ ਸਵਾਲ ਹੀ ਨਹੀਂ ਸੀ, ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਲੈਂਗੁਏਜ ਉਰਦੂ ਹੈ, ਜਿਹੜੀ ਕਿ ਇੱਕ ਉਰਦੂ ਲੈਂਗੁਏਜ ਕਦੇ ਵੀ ਇੱਥੋਂ ਦੀ ਲੈਂਗੁਏਜ ਨਹੀਂ ਰਹੀ। ਯੂਪੀ ਸੀਪੀ ਦੀ ਜ਼ਬਾਨ ਜਿਹੜੀ ਸੀ, ਇਹ ਕਹਿ ਦਿੱਤਾ ਕਿ ਤੁਹਾਡੀ ਜ਼ਬਾਨ ਹੈ, ਤੁਸੀਂ ਇਸ ਨਾਲ ਜੁੜੋ। ਸੋ ਤਾਕਤ ਦੇ ਜ਼ੋਰ ਤੇ ਉਸ ਜੀ ਵੇਲੇ ਇੱਕ ਜਿਹੜਾ ਬ੍ਰਾਈਟ ਫਿਊਚਰ ਦਿਖਾਉਣ ਦੇ ਤੌਰ ਤੇ ਇੱਥੋਂ ਜਿਹੜੇ ਸ਼ਾਇਰ ਸਨ, ਉਹ ਉਰਦੂ ਨਾਲ ਜੁੜ ਗਏ, ਪੰਜਾਬੀ ਛੱਡ ਕੇ। ਔਰ ਇਹੀ ਉਹ ਦੌਰ ਹੈ ਜਿਨ੍ਹਾਂ ਦੇ ਵਿੱਚ ਮੀਆਂ ਮੁਹੰਮਦ ਬਖਸ਼ ਜਿਹੜੇ ਹਨ, ਜਾਂ ਖਾਜਾ ਫਰੀਦ ਸਾਡੇ ਪੰਜਾਬੀ ਦੇ ਵੱਡੇ ਸ਼ਾਇਰ, ਉਹ ਪੈਦਾ ਹੋ ਗਏ। ਔਰ ਉਹ ਇਸ ਚੀਜ਼ ਦਾ ਇਸ਼ਾਰਾ ਵੀ ਕਰ ਰਹੇ ਹਨ। ਮੀਆਂ ਮੁਹੰਮਦ ਜੀ ਬਖਸ਼ ਦੀ ਪੋਇਟਰੀ ਦੇ ਵਿੱਚ ਇਸ ਚੀਜ਼ ਦਾ ਵਾਜ਼ੇ ਸਾਨੂੰ ਇਸ਼ਾਰਾ ਮਿਲਦਾ ਹੈ ਕਿ ਆਪਣੀ ਜ਼ਬਾਨ ਦੀ ਬੇਕਦਰੀ ਔਰ ਗੈਰਾਂ ਦੀ ਜ਼ਬਾਨ ਨੂੰ ਸਲਾਮ। ਸੋ ਇਹ ਸਿਲਸਿਲਾ ਉੱਥੇ ਨਹੀਂ ਰੁਕਿਆ, ਇਹ ਫਿਰ ਅੱਗੇ ਚੱਲਦਾ ਰਿਹਾ, ਫਿਰ ਅੱਗੇ ਪਾਕਿਸਤਾਨ ਬਣ ਜਾਂਦਾ। ਪਾਕਿਸਤਾਨ ਬਣਨ ਦੇ ਪਿੱਛੇ ਜਿਹੜੀ ਇੱਕ ਫਲਸਫੀ ਸੀ, ਦੋ ਕੌਮੀ ਨਜ਼ਰੀਆ ਸੀ, ਉਸ ਦੋ ਕੌਮੀ ਨਜ਼ਰੀਏ ਦੇ ਨਾਲ ਜਿਹੜੀ ਲੈਂਗੁਏਜ ਸੀ, ਉਹ ਯੂਪੀ ਸੀਪੀ ਦੀ ਲੈਂਗੁਏਜ ਜੋੜ ਦਿੱਤੀ ਗਈ। ਪਾਕਿਸਤਾਨ ਬਣਨ ਵੇਲੇ ਜਿਹੜਾ ਉਰਦੂ ਸਪੀਕਿੰਗ ਲੋਕ ਸੀ, ਜਿਹਨੂੰ ਤੁਸੀਂ ਹਿੰਦੀ ਸਪੀਕਿੰਗ ਲੋਕ ਕਹਿੰਦੇ ਹੋ, ਇਹਨਾਂ ਦੀ ਕੋਈ ਪਾਪੂਲੇਸ਼ਨ ਸੀ ਸਿਰਫ 7-8% ਪਾਪੂਲੇਸ਼ਨ ਸੀ, ਔਰ ਇਹਨਾਂ ਦੀ ਜ਼ਬਾਨ ਨੂੰ ਕੌਮੀ ਜ਼ਬਾਨ ਵਿੱਚ ਦਿੱਤਾ ਗਿਆ। ਦੁਨੀਆ ਦੇ ਵਿੱਚ ਕਿਤੇ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੀ 64% ਲੋਕਾਂ ਦੀ ਜ਼ਬਾਨ ਹੈ, ਜਿਹੜੀ 60% ਲੋਕਾਂ ਦੀ ਜ਼ਬਾਨ ਹੈ, ਉਹਨੂੰ ਤੁਸੀਂ ਛੱਡ ਕੇ ਅਸੂਲ ਇਹ ਹੁੰਦਾ ਹੈ ਕਿ ਜਿਹੜੀ ਵੱਡੀ ਜ਼ਬਾਨ ਹੁੰਦੀ ਹੈ, ਜ਼ਿਆਦਾ ਮੈਜੋਰਿਟੀ ਦੀ ਲੈਂਗੁਏਜ ਹੈ, ਉਸ ਨੂੰ ਕੌਮੀ ਜ਼ਬਾਨ ਹੋਏਗੀ। ਜਾਂ ਫਿਰ ਜ਼ਿਆਦਾ ਕੌਮੀ ਜ਼ਬਾਨਾਂ ਦਾ ਵੀ ਇੱਕ ਅਸੂਲ ਹੈ ਬਿਲਕੁਲ ਕਿ ਠੀਕ ਹੈ, ਜਿੱਥੇ ਮਸਲਾ ਬਣਦਾ ਉੱਥੇ ਤੁਸੀਂ ਜ਼ਿਆਦਾ ਕੌਮੀ ਜ਼ਬਾਨਾਂ ਬਣਾ ਲਓ। ਲੇਕਿਨ ਪਾਕਿਸਤਾਨ ਦੇ ਅੰਦਰ ਪੰਜਾਬੀ ਦਾ ਇਹ ਹਮੇਸ਼ਾ ਤੋਂ ਪੱਤਾ ਕੱਟ ਦਿੱਤਾ ਗਿਆ, ਉਰਦੂ ਜ਼ਬਾਨ ਬਣਾ ਦਿੱਤੀ ਗਈ ਕੌਮੀ, ਔਰ ਜੀ ਕੌਮੀ ਜ਼ਬਾਨ ਦੇ ਵਿੱਚ ਫਿਰ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਇੱਥੇ 1973 ਦਾ ਆਇਨ ਬਣਾਇਆ ਜਾਂਦਾ ਵਾ, ਉਹਦੇ ਵਿੱਚ ਜਿਹੜੇ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਸਨ, ਉਹਨਾਂ ਨੇ ਇਹ ਐਡ ਕਰਵਾਇਆ ਵੀ ਕਿ ਜਿਹੜਾ ਜ਼ਬਾਨਾਂ ਦਾ ਇੱਕ ਆਰਟੀਕਲ ਜਿਹੜਾ ਉਹਦੇ ਵਿੱਚ ਦਿੱਤਾ ਗਿਆ 253, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਉਹਦੀ ਤੀਸਰੀ ਸ਼ਿਕ ਹੈ, ਉਹਦੇ ਵਿੱਚ ਹਰ ਸੂਬਾ ਆਪਣੀ ਜ਼ਬਾਨ ਦੇ ਵਾਸਤੇ ਕੰਮ ਕਰੇਗਾ, ਉਹਦੇ ਫਰੋਗ ਵਾਸਤੇ ਕੰਮ ਕਰੇਗਾ। ਲੇਕਿਨ ਇੱਥੇ ਮਿਰਾਜ ਖਾਲਿਦ ਜਿਹੇ ਲੋਕ ਸਨ ਉਸ ਵੇਲੇ, ਜਿਹੜੇ ਵਜ਼ੀਰ ਆਜ਼ਮ ਵੀ ਬਣੇ, ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬੀ ਦੀ ਕੋਈ ਲੋੜ ਨਹੀਂ। ਇਹ ਉਹੀ ਟਾਈਮ ਹੈ ਜਦੋਂ ਸਿੰਧ ਦੇ ਅੰਦਰ ਸਿੰਧੀ ਲੈਂਗੁਏਜ ਦੇ ਸਕੂਲ ਬਣ ਰਹੇ ਨੇ ਲਾਜ਼ਮੀ ਮਜ਼ਮੂਨ ਦੇ ਤੌਰ ਤੇ। ਮੁਮਤਾਜ਼ ਭੁੱਟੋ ਆਪਣੇ ਸੂਬੇ ਦੇ ਵਿੱਚ ਸਿੰਧੀ ਦੀ ਬੁਨਿਆਦ ਰੱਖਦਾ ਹੈ। ਉਸ ਤੋਂ ਪਹਿਲੇ ਸਿੰਧੀ ਦਾ ਵੀ ਇਹ ਕੋਈ ਸਟੇਟਸ ਇਸ ਤੋਂ ਬਿਹਤਰ ਨਹੀਂ ਸੀ। ਹੁਣ ਪਿਛਲੇ 50 ਸਾਲ ਦੇ ਵਿੱਚ ਪੰਜਾਬੀ ਦੀ ਬਰਬਾਦੀ ਜੀ ਉੱਥੋਂ ਸ਼ੁਰੂ ਹੁੰਦੀ ਹੈ, ਔਰ ਸਿੰਧੀ ਦਾ ਅਰੂਜ ਪਾਕਿਸਤਾਨ ਦੇ ਅੰਦਰ ਹੀ, ਇੱਕ ਹੀ ਮੁਲਕ ਦੇ ਅੰਦਰ ਉੱਥੋਂ ਹੀ ਸ਼ੁਰੂ ਹੋ ਰਿਹਾ ਹੈ। ਸੋ ਇੱਥੋਂ ਦਾ ਜਿਹੜਾ ਲੋਕ ਸਨ, ਉਹ ਆਪਣੀ ਜ਼ਬਾਨ ਜੀ ਨੂੰ ਉਹਨਾਂ ਨੇ ਸਮਝਿਆ ਕਿ ਫਿਰ ਨਾਲ ਇਹਦੇ ਮੈਂ ਇੱਕ ਹੋਰ ਚੀਜ਼ ਐਡ ਕਰਦਾ ਜਾਵਾਂ, ਜਿਹੜੇ ਇੱਥੋਂ ਦਾ ਨੈਸ਼ਨਲ ਚੈਨਲ ਸੀ, PTV ਹੈ ਸਾਡਾ, ਜਿਵੇਂ ਇੰਡੀਆ ਦਾ ਦੂਰਦਰਸ਼ਨ ਹੈ, ਉਸ ਤੇ ਜਿਤਨੇ ਵੀ ਡਰਾਮੇ ਬਣਾਏ ਗਏ, ਜਿਤਨੇ ਵੀ ਪ੍ਰੋਗਰਾਮ ਦਿੱਤੇ ਗਏ, ਉਹਦੇ ਸਿਰਫ ਜਿਹੜੇ ਤਹਿਜ਼ੀਬ ਯਾਫਤਾ ਲੋਕ ਸਨ, ਉਹ ਉਰਦੂ ਸਪੀਕਿੰਗ ਨੂੰ ਦਿਖਾਇਆ ਗਿਆ। ਜਿਹੜਾ ਪੰਜਾਬੀ ਸੀ, ਸਿੰਧੀ ਸੀ, ਪਠਾਨ ਸੀ, ਇਹਨਾਂ ਨੂੰ ਕਿਸੇ ਨੂੰ ਚੌਧਰੀ ਦਾ ਕਰੈਕਟਰ ਦੇ ਦਿੱਤਾ, ਕਿਸੇ ਨੂੰ ਚੌਕੀਦਾਰ ਦਾ ਦੇ ਦਿੱਤਾ, ਔਰ ਕਿਸੇ ਨੂੰ ਚੋਰ ਡਕੇਟ ਦਾ ਦੇ ਦਿੱਤਾ। ਸੋ ਇੱਕ ਜਿਹੜੀ ਮਾਈਂਡ ਮੇਕਿੰਗ ਸੀ, ਉਹ ਖਾਸ ਏਜੰਡੇ ਦੇ ਤਹਿਤ PTV ਦੇ ਥਰੂ ਵੀ ਕੀਤੀ ਗਈ। ਫਿਰ ਇੱਥੇ ਅਖਬਾਰਾਂ ਤੇ ਮੂਵਮੈਂਟ ਚਲਾਈ ਗਈ ਕਿ ਉਰਦੂ ਔਰ ਸਿਰਫ ਉਰਦੂ। ਜਿਹੜੀਆਂ ਇੱਥੋਂ ਦੀਆਂ ਵਾਰਿਸ ਕੌਮਾਂ ਸਨ, ਉਹਨਾਂ ਦੀਆਂ ਜ਼ਬਾਨਾਂ ਦੀ ਨਿਗੇਸ਼ਨ ਕੀਤੀ ਗਈ। ਸਿੰਧੀਆਂ ਨੇ ਤੇ ਆਪਣੀ ਜ਼ਬਾਨ ਨੂੰ ਅਵਾਮੀ ਲਹਿਰ ਦੇ ਜ਼ਰੀਏ ਜੀ ਮਨਵਾ ਲਿਆ,
ਲੇਕਿਨ ਪੰਜਾਬੀ ਜਿਹੜਾ ਫੋਰਟ ਵਿਲੀਅਮ ਕਾਲਜ ਤੋਂ ਸ਼ੁਰੂ ਹੋਇਆ ਸੀ ਇੱਕ ਸਫ਼ਰ ਆਪਣੀ ਜ਼ਬਾਨ ਤੋਂ ਦੂਰੀ ਦਾ, ਉਹ ਮੁਸਲਸਲ ਚੱਲਦਾ ਰਿਹਾ। ਔਰ ਹੁਣ ਇਹ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ, ਜਿਹੜੇ ਕੋਈ ਸਾਡੀ ਏਜ ਜਿਨ੍ਹਾਂ ਦੀ ਕੋਈ 40 ਸਾਲ ਦੇ ਨੇੜੇ ਨੇੜੇ ਹੈ, ਜਾਂ ਕੋਈ 5 ਸਾਲ ਸਾਡੇ ਤੋਂ ਛੋਟੇ ਹਨ, ਉਹਨਾਂ ਨੇ ਤਾਂ ਪੰਜਾਬੀ ਜ਼ਬਾਨ ਆਪਣੇ ਘਰਾਂ ਦੇ ਵਿੱਚ ਸੁਣੀ ਹੈ ਆਪਣੇ ਵੱਡਿਆਂ ਤੋਂ। ਲੇਕਿਨ ਜਿਹੜੇ ਕੋਈ ਪਿਛਲੇ 20 ਸਾਲਾਂ ਦੇ ਵਿੱਚ ਬੱਚੇ ਜੰਮ ਰਹੇ ਨੇ ਇੱਥੇ, ਖਾਸ ਕਰ ਸ਼ਹਿਰਾਂ ਦੇ ਵਿੱਚ, ਪਿੰਡਾਂ ਦੀ ਤੇ ਅਜੇ ਵੱਡੀ ਲੈਂਗੁਏਜ ਪੰਜਾਬੀ ਹੀ ਹੈ। ਸ਼ਹਿਰਾਂ ਦੇ ਵਿੱਚ ਜਿਤਨੇ ਵੀ ਲੋਕ ਹਨ, ਉਹ ਕਨਵਰਜਨ ਦੀ ਰੇਸ਼ੋ ਇਤਨੀ ਤੇਜ਼ ਹੈ ਕਿ ਉਹਨਾਂ ਨੂੰ ਪੰਜਾਬੀ ਸੁਣਨੀ ਹੀ ਨਹੀਂ, ਕਿਤੋਂ ਨਾ ਕਿਤੋਂ ਉਹਨਾਂ ਨੂੰ ਸੁਣੀ ਹੀ ਨਹੀਂ ਜਾਂਦੀ। ਸੋ ਲੋੜ ਇਸ ਲਈ ਪਈ ਕਿ ਪੰਜਾਬੀ ਆਪਣੇ ਹੀ ਦੇਸ਼ ਦੇ ਅੰਦਰ, ਜਿੱਥੇ ਸਭ ਤੋਂ ਜ਼ਿਆਦਾ, ਜਿੱਥੇ ਸਾਡਾ ਵਿਰਸਾ ਪਿਆ ਵਾ, ਜਿੱਥੇ ਸਭ ਤੋਂ ਜ਼ਿਆਦਾ ਇੱਥੇ ਕਲਾਸੀਕਲ ਲਿਟਰੇਚਰ ਪਿਆ ਵਾ, ਜਿੱਥੇ ਸਭ ਤੋਂ ਜ਼ਿਆਦਾ ਹਿਸਟੋਰੀਕਲ ਪਲੇਸਿਸ ਪਈਆਂ ਵਾ, ਜਿਹੜਾ ਹੱਬ ਹੈ ਪੰਜਾਬ ਔਰ ਪੰਜਾਬੀ ਦੀ ਹਿਸਟਰੀ ਦਾ, ਉੱਥੋਂ ਪੰਜਾਬੀ ਨੂੰ ਬਿਲਕੁਲ ਆਊਟ ਕਰ ਦਿੱਤਾ ਗਿਆ। ਸੋ ਲੋੜ ਇਸ ਗੱਲ ਦੀ ਹੈ ਕਿ ਇਸ ਪੰਜਾਬ ਜੀ ਦੇ ਅੰਦਰ ਪੰਜਾਬੀ ਨੂੰ ਦੁਬਾਰਾ ਤੋਂ ਜੀ ਇਹਦਾ ਰਿਵਾਈਵਲ ਹੋਵੇ, ਔਰ ਇਹ ਸਾਰੀ ਮੂਵਮੈਂਟ ਦਾ ਮਕਸਦ ਪੰਜਾਬੀ ਦੀ ਦੁਬਾਰਾ ਤੋਂ ਰਿਵਾਈਵਲ ਹੈ। ਜੀ ਜੀ ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ ਕਿ ਸਟਾਰਟਿੰਗ ਤੋਂ 1870 ਤੋਂ ਲੈ ਕੇ ਜਾਂ ਈਵਨ ਕਿ 1857 ਤੋਂ ਲੈ ਕੇ ਪੰਜਾਬੀ ਦੇ ਨਾਲ ਕਿਵੇਂ ਰਾਜਸੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਕਿਵੇਂ ਵਖਰੇਵਾਂ ਹੁੰਦਾ ਰਿਹਾ, ਤੇ ਖਾਸ ਤੌਰ ਤੇ ਪਾਕਿਸਤਾਨ ਬਣਨ ਤੋਂ ਬਾਅਦ ਜੋ ਉੱਥੋਂ ਦੇ ਹਾਲਾਤ ਬਣੇ ਨੇ ਉਸ ਕਰਕੇ ਵੀ। ਪਰ ਤੁਹਾਨੂੰ ਲੱਗਦਾ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਦਫ਼ਤਰੀ ਭਾਸ਼ਾ ਹੈ ਉਹ ਪੰਜਾਬੀ ਹੈ ਕਿ ਨਹੀਂ? ਨਹੀਂ, ਕਿਤੇ ਵੀ ਨਹੀਂ ਪੰਜਾਬੀ। ਦੇਖੋ, ਸਭ ਤੋਂ ਵੱਡੀ ਜਿਹੜੀ ਕਿਸੇ ਵੀ ਸਟੇਟ ਦੀ ਜ਼ਬਾਨ ਹੁੰਦੀ ਹੈ, ਉਹਦੀ ਅਸੈਂਬਲੀ ਦੇ ਅੰਦਰ ਬੋਲੀ ਜਾਂਦੀ ਹੈ। ਇੰਡੀਆ ਦੇ ਅੰਦਰ ਅਸੀਂ ਦੇਖਦੇ ਹਾਂ, ਜੀ ਇੰਡੀਆ ਦੇ ਅੰਦਰ ਪੰਜਾਬ ਦੇ ਵਿੱਚ ਜਿਤਨੇ ਵੀ ਉੱਥੋਂ ਦੇ ਪਾਰਲੀਮੈਂਟੇਰੀਅਨ ਉਹ ਪੰਜਾਬੀ ਵਿੱਚ ਗੱਲ ਕਰਨਗੇ, ਗੁਜਰਾਤ ਦੇ ਗੁਜਰਾਤੀ 'ਚ ਗੱਲ ਹਾਂਜੀ ਕਰਨਗੇ, ਕਿਤੇ ਹੋਰ ਦਾ ਤਾਮਿਲਨਾਡੂ ਦੇ ਅੱਗੇ ਬਿਲਕੁਲ ਜਿਤਨੇ ਵੀ ਅਸੀਂ ਜਾਂਦੇ ਹਾਂ, ਔਰ ਅੱਗੇ ਅਸੀਂ ਬੰਗਲਾਦੇਸ਼ ਦੇ ਵਿੱਚ ਜਾਂਦੇ ਹਾਂ, ਉਹ ਬੰਗਾਲੀ ਦੇ ਵਿੱਚ ਕਰਨਗੇ। ਲੇਕਿਨ ਇੱਥੇ ਪਾਬੰਦੀ ਲਾ ਦਿੱਤੀ ਗਈ ਇੱਕ ਸੋਚੀ ਸਮਝੇ ਜ਼ੇਨ ਦੇ ਤਹਿਤ ਕਿ ਪੰਜਾਬੀ ਨੂੰ ਅਸੀਂ ਕਿਵੇਂ ਪਿੱਛੇ ਡੀਫੇਮ ਕਰਨਾ ਹੈ। ਇਸ ਲਈ ਪੰਜਾਬ ਅਸੈਂਬਲੀ ਦੇ ਵਿੱਚ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਪੰਜਾਬੀ ਅਗਰ ਤੁਸੀਂ ਬੋਲਣੀ ਹੈ ਤਾਂ ਤੁਸੀਂ ਜੀ ਸਪੀਕਰ ਤੋਂ ਪਰਮਿਸ਼ਨ ਲਵੋਗੇ, ਉਸ ਤੋਂ ਬਾਅਦ ਤੁਸੀਂ ਪੰਜਾਬੀ ਬੋਲ ਇਹ ਸਕੋਗੇ। ਤੁਸੀਂ ਫਿਰ ਇੱਥੋਂ ਦੀ ਪਾਕਿਸਤਾਨ ਜਿਹੜੀ ਇਹ ਤੁਸੀਂ ਪੰਜਾਬ ਅਸੈਂਬਲੀ ਦੀ ਗੱਲ ਕਰ ਰਹੇ ਹੋ ਕਿ ਪਾਰਲੀਮੈਂਟ ਦੀ ਗੱਲ ਕਰ ਰਹੇ ਹੋ? ਪੰਜਾਬ ਅਸੈਂਬਲੀ ਦੀ ਨਹੀਂ ਕਰਦੇ, ਪਾਰਲੀਮੈਂਟ ਤੇ ਚੂੰਕਿ ਇੱਕ ਨੈਸ਼ਨਲ ਇਦਾਰਾ ਜੀ ਹੈ ਨਾ, ਉੱਥੇ ਤੇ ਉਰਦੂ ਹੀ ਹੋਏਗੀ। ਉੱਥੇ ਤੇ ਜਿਹੜੀ ਹੂੰ ਪੰਜਾਬੀ ਸਿੰਧੀ ਉਹਦਾ ਸਵਾਲ ਹੀ ਨਹੀਂ ਹੈ ਨਾ। ਮੈਂ ਗੱਲ ਕਰ ਰਿਹਾ ਪੰਜਾਬ ਦੇ ਅੰਦਰ ਜਿਹੜੀ ਜੀ ਪੰਜਾਬੀਆਂ ਦੀ ਆਪਣੀ ਅਸੈਂਬਲੀ ਹੈ, ਉਸ ਅਸੈਂਬਲੀ ਦੇ ਅੰਦਰ ਕੋਈ ਪੰਜਾਬੀ ਜੀ ਰੈਪਰੈਜ਼ੈਂਟੇਟਿਵ, ਕੋਈ ਐਮਪੀਏ, ਉਹ ਪੰਜਾਬੀ ਨਹੀਂ ਬੋਲ ਸਕਦਾ। ਉਹ ਸਪੀਕਰ ਤੋਂ ਪਰਮਿਸ਼ਨ ਲਵੇਗਾ, ਜੀ ਉਸ ਤੋਂ ਬਾਅਦ ਪੰਜਾਬੀ ਬੋਲੇਗਾ। ਇਹ ਤੇ ਹੈ ਮਤਲਬ ਬਦਹਾਲੀ ਦੀ ਸਭ ਓਕੇ ਤੋਂ ਵੱਡੀ ਮਿਸਾਲ। ਫਿਰ ਇੱਥੋਂ ਦੀ ਜਿਹੜੀ ਅਦਾਲਤੀ ਜ਼ਬਾਨ ਹੈ, ਬਿਲਕੁਲ ਕੋਈ ਬਿਲਕੁਲ ਜੱਜ ਕੋਈ ਜੱਜ ਪੰਜਾਬੀ ਨਹੀਂ ਬੋਲੇਗਾ। ਫਿਰ ਇੱਥੋਂ ਦਾ ਜਿਤਨਾ ਕਾਰ ਵਪਾਰ ਨਾਲ ਹੂੰ ਜੁੜੇ ਹੋਏ ਇਦਾਰੇ ਹਨ, ਫਿਰ ਜਿਤਨੇ ਅਸੀਂ ਦੇਖਦੇ ਹਾਂ ਕਿ ਸਕੂਲਸ ਹਨ, ਕਾਲਜਸ ਹਨ। ਦੇਖੋ ਜ਼ੇਨਸਾਜ਼ੀ ਕਿੱਥੋਂ ਆਉਂਦੀ ਹੈ? ਜ਼ੇਨਸਾਜ਼ੀ ਤੁਹਾਡੀ ਇਨੀਸ਼ੀਅਲ ਸਟੇਜ ਤੋਂ ਆਉਂਦੀ ਹੈ ਕਿ ਜਦੋਂ ਬੱਚਾ ਸਕੂਲ ਜਾਂਦਾ ਹੈ, ਉਸ ਨੂੰ ਜੋ ਪੜ੍ਹਾਇਆ ਜਾਂਦਾ ਹੈ ਉਹ ਉਹਦਾ ਜ਼ੇਨ ਬਣ ਜਾਂਦਾ ਹੈ। ਉਹ ਸਾਰੀ ਜ਼ਿੰਦਗੀ ਪਹਿਲੇ ਜਿਹੜੇ ਪ੍ਰਾਇਮਰੀ ਸਕੂਲ ਦੀ ਉਹਦੇ ਤੇ ਸਟੈਂਪ ਲੱਗੀ ਹੁੰਦੀ ਚੀਜ਼ਾਂ ਦੀ, ਹਮੇਸ਼ਾ ਉਹਦੇ ਅੰਦਰ ਹੀ ਜ਼ਿੰਦਾ ਰਹਿੰਦਾ ਹੈ। ਕੁਝ ਲੋਕ ਹੁੰਦੇ ਨੇ ਜਿਹੜੇ ਆਪਣੇ ਜ਼ੇਨ ਦੇ ਨਾਲ, ਆਪਣੀ ਸੋਚ ਦੇ ਨਾਲ ਦੁਨੀਆ ਨੂੰ ਦੇਖਦੇ ਨੇ, ਤੇ ਸੱਚ ਝੂਠ ਦਾ ਨਿਤਾਰਾ ਕਰਦੇ ਨੇ, ਅਦਰਵਾਈਜ਼ ਉਹੀ ਚੱਲਦਾ ਹੈ। ਸੋ ਇੱਥੇ ਪੰਜਾਬੀ ਦਾ ਨਾ ਸਕੂਲਾਂ ਦੇ ਵਿੱਚ ਹੈ, ਨਾ ਇੱਥੇ ਅਦਾਲਤਾਂ ਦੇ ਵਿੱਚ ਹੈ, ਨਾ ਅਸੈਂਬਲੀਆਂ ਦੇ ਵਿੱਚ ਹੈ, ਨਾ ਕਿਤੇ ਕਿਸੇ ਹੋਰ ਸਰਕਾਰੀ ਦਰਬਾਰ ਦੇ ਵਿੱਚ ਜ਼ਬਾਨ ਸੁਣੀ ਜਾਂਦੀ ਹੈ ਜਾਂ ਨਾ ਇਹਦੀ ਸੁਣਵਾਈ ਹੈ। ਸੋ ਅਗਰ ਦੁਨੀਆ ਦੇ ਵਿੱਚ ਅਸੀਂ ਦੇਖਣਾ ਹੋਵੇ ਜੀ ਕਿ ਕਿਸੇ ਵੀ ਕੌਮ ਦੀ ਜ਼ਬਾਨ ਦੀ, ਜੀ ਉਹਨਾਂ ਦੇ ਹੁੰਦਿਆਂ, ਉਹਨਾਂ ਦੇ ਜੀਂਦਿਆਂ ਜਦੋਂ ਮੰਨਦੇ ਆ ਕਿ ਅਸੀਂ ਪੰਜਾਬੀ ਹਾਂ, ਔਰ ਉਹਨਾਂ ਦੀ ਜ਼ਬਾਨ ਤੇ ਪਾਬੰਦੀਆਂ ਹਨ ਇਤਨੀਆਂ, ਔਰ ਉਹਦੇ ਤੇ ਅਗਰ ਕੋਈ ਕਿਹਾ ਜਾਵੇ ਕਿ ਇਸ ਜ਼ਬਾਨ ਨੂੰ ਕੋਈ ਹੱਕ ਮਿਲਣਾ ਚਾਹੀਦਾ, ਤੇ ਇੱਥੇ ਉਸ ਨੂੰ ਤਸੱਬ ਗਿਣਿਆ ਜਾਂਦਾ ਹੈ। ਛੋਟੀ ਜਿਹੀ ਮਿਸਾਲ ਦੇ ਕੇ ਮੈਂ ਇਸ ਗੱਲ ਨੂੰ ਵਾਜ਼ਿਹ ਕਰਦਾ ਜਾਵਾਂ ਕਿ ਮਿਸਾਲ ਦੇ ਤੌਰ ਤੇ ਅਗਰ ਅਸੀਂ ਚਾਹੀਏ ਕਿ ਲਖਨਊ ਦੀ ਲੈਂਗੁਏਜ ਹਿੰਦੀ ਹੈ ਜਾਂ ਉਰਦੂ ਹੈ, ਉੱਥੇ ਸਾਡੀ ਖਹਿਸ਼ ਹੋਵੇ ਕਿ ਉੱਥੇ ਹੂੰ ਪੰਜਾਬੀ ਦੀ ਡੋਮੀਨੇਸ਼ਨ ਕਰ ਦਿੱਤੀ ਜਾਵੇ, ਤੇ ਲੋਕ ਕਹਿਣਗੇ ਕਿ ਯਾਰ ਇਹ ਤੇ ਤਸੱਬ ਹੈ, ਇਹ ਤੇ ਤਾਕਤ ਦੇ ਜ਼ੋਰ ਤੇ ਤੁਸੀਂ ਲੋਕਾਂ ਤੇ ਜ਼ੁਲਮ ਕਰ ਰਹੇ ਹੋ। ਲੇਕਿਨ ਪੰਜਾਬ ਦੇ ਲੋਕ ਆਪਣੀ ਹੂੰ ਜ਼ਬਾਨ ਦੀ ਗੱਲ ਕਰਨਗੇ ਤੇ ਉਹ ਇਸ ਨੂੰ ਵੀ ਤਸੱਬ ਕਹਿੰਦੇ ਨੇ। ਦੂਸਰੀ ਜ਼ਬਾਨ ਜਿਹੜੀ ਪੰਜਾਬੀਆਂ ਤੇ ਥੋਪੀ ਹੂੰ ਗਈ ਹੈ, ਜਿਹੜੀ ਓਕੇ ਪੰਜਾਬੀਆਂ ਤੇ ਮੁਸੱਲਤ ਕੀਤੀ ਗਈ ਹੈ, ਉਹਨੂੰ ਤਸੱਬ ਨਹੀਂ ਕਹਿੰਦੇ। ਆਪਣੀ ਜ਼ਬਾਨ ਨੂੰ, ਜਿਹਦੀ ਹੂੰ ਹਿਸਟਰੀ ਹਜ਼ਾਰਾਂ ਸਾਲਾਂ ਦੀ ਹੈ ਔਰ ਜਿਹਦੇ ਵਿੱਚ ਇਤਨਾ ਰਿਚ ਲਿਟਰੇਚਰ ਔਰ ਰਿਚ ਵਿਰਸਾ ਪਿਆ ਹੈ, ਉਹਦੀ ਗੱਲ ਕਰੋਗੇ ਤੇ ਆਪਣੇ ਹੀ ਲੋਕ ਹੂੰ ਕਹਿਣਗੇ ਕਿ ਇਹ ਤੇ ਤਸੱਬ ਹੈ, ਇਹ ਤੁਸੀਂ ਤਸੱਬ ਵਰਤ ਰਹੇ ਹੋ। ਸੋ ਓ ਸਿਚੁਏਸ਼ਨ ਪਾਕਿਸਤਾਨੀ ਪੰਜਾਬ ਦੇ ਅੰਦਰ ਜ਼ਬਾਨ ਨੂੰ ਲੈ ਕੇ, ਕਲਚਰ ਨੂੰ ਲੈ ਕੇ ਉਹ ਬਹੁਤ ਖਰਾਬ ਹੈ। ਜੀ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਿ ਪੰਜਾਬੀ
ਪੰਜਾਬ ਆ ਜਿਹੜਾ ਸਾਡਾ ਚੜ੍ਹਦਾ ਪੰਜਾਬ ਆ, ਇੰਡੀਆ ਦਾ ਪੰਜਾਬ ਆ, ਉੱਥੇ ਤਾਂ ਅਸੈਂਬਲੀ ਦੇ ਵਿੱਚ ਤੁਸੀਂ ਪੰਜਾਬੀ ਬੋਲ ਸਕਦੇ ਹੋ, ਪਰ ਜੇ ਤੁਸੀਂ ਜੀ ਪਾਰਲੀਮੈਂਟ ਵਿੱਚ ਵੀ ਜਾਂਦੇ ਹੋ ਦਿੱਲੀ ਦੇ ਵਿੱਚ, ਤਾਂ ਉੱਥੇ ਜਾ ਕੇ ਵੀ ਤੁਸੀਂ ਪੰਜਾਬੀ ਬੋਲ ਸਕਦੇ ਹੋ, ਪਰ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ, ਜਿਵੇਂ ਸੇਮ ਤੁਸੀਂ ਦੱਸਿਆ ਕਿ ਪੰਜਾਬ ਅਸੈਂਬਲੀ ਵਿੱਚ ਇੱਦਾਂ ਹੁੰਦਾ, ਪਰ ਸਾਡੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਤੁਸੀਂ ਜਾ ਕੇ ਉਹਨਾਂ ਨੂੰ ਪਹਿਲਾਂ ਇਨਫੋਰਮ ਕਰਨਾ ਪੈਂਦਾ ਕਿ ਮੈਂ ਅੱਜ ਪੰਜਾਬੀ 'ਚ ਬੋਲਣਾ, ਫਿਰ ਤੁਸੀਂ ਪੰਜਾਬੀ ਕੀ ਕੋਈ ਵੀ ਭਾਸ਼ਾ ਜਿਹੜੀ ਆ ਤੁਸੀਂ ਆਪਣੀ ਉੱਥੇ ਬੋਲ ਸਕਦੇ ਹੋ। ਤੇ ਇਹਦੇ ਨਾਲ ਹੀ ਤੁਹਾਨੂੰ ਏਦਾਂ ਲੱਗਦਾ ਕਿ ਜਿਹੜੇ ਲੋਕ UP-CP ਤੋਂ ਆਏ ਆ ਮੁਹਾਜ਼ਿਰ ਲੋਕ, ਉਹਨਾਂ ਦੇ ਆਉਣ ਦੇ ਕਰਕੇ ਇਹ ਜਿਹੜਾ ਖੇਤਰਫਲ ਸੀਗਾ ਪੰਜਾਬ ਦਾ ਜਾਂ ਪੂਰੇ ਪਾਕਿਸਤਾਨ ਦਾ, ਉਹਨਾਂ ਦੀ ਪਾਕਿਸਤਾਨ ਜਾਣ ਦੇ ਕਰਕੇ ਉਹਨਾਂ ਨੇ ਆਪ ਇਹ ਚੀਜ਼ਾਂ ਚੇਂਜ ਕੀਤੀਆਂ ਨੇ, ਜਿਹੜੇ ਉਰਦੂ ਸਪੀਕਰ ਆਪ ਸਨ। ਉਰਦੂ ਸਪੀਕਿੰਗ ਦੇ ਬਹੁਤ ਵੱਡੇ ਸ਼ਾਇਰ ਆ ਪਾਕਿਸਤਾਨ ਦੇ ਅੰਦਰ, ਜੌਨ ਈਲੀਆ, ਪ੍ਰੋਨਾਂਸੀਏਸ਼ਨ ਵਿੱਚ ਮੇ ਵੀ ਜੀ ਕੁਝ ਹੋਰ ਤਰ੍ਹਾਂ ਬੋਲਿਆ ਜਾਂਦਾ ਹੋਗਾ। ਉਹਨਾਂ ਨੇ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਪਾਕਿਸਤਾਨ ਅਲੀਗੜ੍ਹ ਕੇ ਲੌਂਡੋं की साजिश है। ਸੋ ਜਿਹੜੇ ਅਲੀਗੜੀਏ ਸੀ ਨਾ, ਪਾਕਿਸਤਾਨ ਬਣਾਉਣ ਦੇ ਪਿੱਛੇ ਸਾਰੀ ਮੂਵਮੈਂਟ ਇਹਨਾਂ ਦੀ ਸੀ। ਉਸ ਮੂਵਮੈਂਟ ਦੇ ਪਿੱਛੇ ਫਾਇਦੇ ਕਿਹਨਾਂ ਨੇ ਚੁੱਕੇ ਔਰ ਨੁਕਸਾਨ ਕਿਹਨਾਂ ਨੇ ਉਠਾਇਆ। ਫਾਇਦਾ ਤੇ ਹੋ ਗਿਆ ਜਿਹੜਾ ਉਰਦੂ ਸਪੀਕਿੰਗ ਉੱਥੇ ਲਖਨਊ ਵਾਲੇ ਲੋਕ ਸੀ, ਮਤਲਬ ਜਦੋਂ 47 ਦੇ ਵਿੱਚ ਪੰਜਾਬ ਦੇ ਵਿੱਚ ਖੂਨ ਦੇ ਦਰਿਆ ਵਗ ਰਹੇ ਔਰ ਇੱਥੇ ਪੰਜਾਬੀ ਲੱਖਾਂ ਦੇ ਹਿਸਾਬ ਦੇ ਨਾਲ ਕਤਲ ਹੋ ਰਹੇ, ਉਸ ਵੇਲੇ ਉਹ ਸਕੂਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਬੈਠੇ ਸੀ। ਉਸ ਤੋਂ ਬਾਅਦ ਜਦੋਂ ਲਿਆਕਤ ਨਹਿਰੂ ਇੰਪੈਕਟ ਸਾਈਨ ਹੋ ਜਾਂਦਾ ਵਾ, ਸਕੂਨ ਹੋ ਜਾਂਦਾ ਵਾ, ਸਾਰਾ ਕੁਝ ਹੋ ਜਾਂਦਾ, ਉਸ ਤੋਂ ਬਾਅਦ ਉਹ UP-CP ਦੇ ਲੋਕ ਕਰਾਚੀ ਸ਼ਿਫਟ ਹੋਣਾ ਸ਼ੁਰੂ ਹੋਏ, ਉਹਨਾਂ ਨੂੰ ਲਾਹੌਰ ਦੇ ਅੰਦਰ ਵਸਾਇਆ ਗਿਆ, ਉਹਨਾਂ ਨੂੰ ਹਰ ਜਗ੍ਹਾ ਤੇ ਵਸਾਇਆ ਗਿਆ, ਉਹਨਾਂ ਨੂੰ ਜਾਇਦਾਦਾਂ ਦਿੱਤੀਆਂ ਗਈਆਂ, ਉਹਨਾਂ ਦਾ ਤਾਂ ਫਾਇਦਾ ਹੋ ਗਿਆ। ਲੇਕਿਨ ਜਿਹੜਾ ਪੰਜਾਬ ਸੀ, ਪੰਜਾਬ ਦੀ ਡੈਮੋਗ੍ਰਾਫੀ ਬਰਬਾਦ ਕਰ ਦਿੱਤੀ ਗਈ, ਸਿੰਧ ਨੂੰ ਬਰਬਾਦ ਕਰ ਦਿੱਤਾ ਗਿਆ। ਬਾਰ-ਬਾਰ ਮੈਂ ਕਹਿਣਾ ਕਿ ਸਿੰਧੀਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਪੰਜਾਬੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਸੋ ਇਹਦਾ ਫਾਇਦਾ ਉਹਨਾਂ ਲੋਕਾਂ ਨੂੰ ਸੀ ਜਿਹੜੇ ਅਲੀਗੜ੍ਹ ਤੋਂ ਪੜ੍ਹ ਕੇ ਅੱਗੇ ਨਿਕਲ ਗਏ ਸੀ, ਔਰ ਉਹਦਾ ਨੁਕਸਾਨ ਪੰਜਾਬ ਨੂੰ ਹੋਇਆ, ਔਰ ਉਹ ਨੁਕਸਾਨ ਐਸਾ ਹੈ ਕਿ ਆਉਣ ਵਾਲੀਆਂ ਸ਼ਾਇਦ ਸਦੀਆਂ ਪੂਰਾ ਨਾ ਕਰ ਸਕੇ। ਜੀ, ਅੱਛਾ, ਇੱਕ ਗੱਲ ਹੋਰ ਹੈ ਕਿ ਜਿਵੇਂ ਤੁਸੀਂ ਹੁਣ ਬੋਲ ਰਹੇ ਹੋ, ਐਵੇਂ ਜਿਹੜੀ ਸਟੇਟ ਹੈ, ਪਾਕਿਸਤਾਨੀ ਸਟੇਟ ਆ, ਉਹਨੂੰ ਇਹ ਵੀ ਲੱਗ ਸਕਦਾ ਹੈ ਕਿ ਕਿਉਂਕਿ 1971 ਦੇ ਵਿੱਚ, ਕਿਉਂਕਿ ਬੰਗਲਾਦੇਸ਼ ਜਿਹੜਾ ਉਸ ਵੇਲੇ ਪਾਕਿਸਤਾਨ ਦਾ ਈਸਟ ਪਾਕਿਸਤਾਨ ਸੀਗਾ, ਉੱਥੇ ਵੀ ਭਾਸ਼ਾ ਦਾ ਹੀ ਇੱਕ ਮੂਵਮੈਂਟ ਚੱਲਿਆ ਸੀਗਾ। ਉਹ ਉੱਥੇ ਭਾਸ਼ਾ ਦੀ ਮੂਵਮੈਂਟ ਚੱਲਣ ਦੇ ਕਰਕੇ ਉੱਥੇ ਇੱਕ ਨਵਾਂ ਦੇਸ਼ ਬਣ ਗਿਆ, ਤੇ ਉਹ ਤੁਹਾਡੇ ਤੇ ਵੀ ਇਸੇ ਹੀ ਨਜ਼ਰ ਨਾਲ ਦੇਖ ਸਕਦੇ ਆ ਕਿ ਇਹ ਐਂਟੀ ਨੈਸ਼ਨਲਿਸਟ ਲੋਕ ਨੇਗੇ ਜਿਹੜੇ ਕਿ ਫਿਰ ਭਾਸ਼ਾ ਦੀ ਗੱਲ ਚੁੱਕ ਰਹੇ ਨੇ। ਨਹੀਂ, ਦੇਖੋ, ਜਿਹੜੇ ਬੰਗਲਾਦੇਸ਼ ਦੀ ਸਿਚੁਏਸ਼ਨ ਹੈ, ਉਸ ਨੂੰ ਅਗਰ ਅਸੀਂ ਪੰਜਾਬ ਦੀ ਸਿਚੁਏਸ਼ਨ ਨਾਲ ਦੇਖੀਏ ਤੇ ਉਹ ਕਿਤੇ ਨਾ ਕਿਤੇ ਸਾਨੂੰ ਇੰਟਾਇਰਲੀ ਡਿਫਰੈਂਟ ਨਜ਼ਰ ਆਉਂਦੀ ਹੈ। ਮਿਸਾਲ ਦੇ ਤੌਰ ਤੇ ਮੈਂ ਪੰਜਾਬੀ, ਮੈਂ ਉਰਦੂ ਦੀ ਹੈਜਮਨੀ ਕਹਿ ਲਓ, ਉਹਦੀ ਹਾਕਮੀਅਤ ਕਹਿ ਲਓ, ਮੈਂ ਤੇ ਉਸ ਨੂੰ ਤਸਲੀਮ ਕਰਕੇ ਬੈਠਾ, ਮੇਰੀ ਸਾਰੀ ਸੁਸਾਇਟੀ ਤਸਲੀਮ ਕਰਕੇ ਬੈਠੀ ਹੈ। ਅਸੀਂ ਉਰਦੂ ਦੀ ਨਿਗੇਸ਼ਨ ਤੇ ਕਰ ਹੀ ਨਹੀਂ ਰਹੇ। ਉਰਦੂ ਕੌਮੀ ਭਾਸ਼ਾ ਜਿਹੜੀ ਪੰਜਾਬੀਆਂ ਦੀ ਕੌਮੀ ਭਾਸ਼ਾ ਨਹੀਂ ਸੀ, ਉਹ ਬਣਾ ਦਿੱਤੀ ਗਈ, ਅਸੀਂ ਚੁੱਪ ਕਰਕੇ ਬੈਠੇ ਰਹੇ। ਸਾਡੀ ਅਸੈਂਬਲੀ ਦੀ ਜ਼ਬਾਨ ਉਰਦੂ ਨਹੀਂ ਸੀ, ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਰਦੂ ਬੋਲਦੇ। ਅਦਾਲਤਾਂ ਦੀ ਜ਼ਬਾਨ ਜਿਹੜੀ ਆਮ ਬੰਦੇ ਦੇ ਮਸਲੇ ਜਿੱਥੇ ਡਿਸਕਸ ਹੋਣੇ, ਉਹਦੀ ਜ਼ਬਾਨ ਦੇ ਵਿੱਚ ਹੋਣੇ ਚਾਹੀਦੇ ਸੀ, ਉਹਦੀ ਜ਼ਬਾਨ ਦੇ ਵਿੱਚ ਨਹੀਂ ਹੁੰਦੇ। ਸਾਡਾ ਜਿਤਨਾ ਤਾਲੀਮੀ ਸਿਸਟਮ ਹੈ, ਉਹਦੇ ਵਿੱਚ ਸਾਰੀ ਜਿਹੜੀ ਹੈਜਮਨੀ ਹੈ ਉਹ ਉਰਦੂ ਦੀ ਹੈ, ਪੰਜਾਬੀ ਕਿਤੇ ਨਹੀਂ ਹੈ। ਸੋ ਅਸੀਂ ਤੇ ਕਹਿ ਰਹੇ ਹਾਂ ਕਿ ਜਿਹੜੀ ਉਰਦੂ ਦੀ ਹੈਜਮਨੀ ਹੈ ਤੁਸੀਂ ਰੱਖ ਲਓ, ਲੇਕਿਨ ਸਾਨੂੰ ਸਾਹ ਲੈਣ ਲਈ, ਕੋਈ ਜੀਣ ਲਈ, ਕੋਈ ਸਾਡੀ ਜਿਹੜੀ ਲੈਂਗੁਏਜ ਹੈ, ਸਾਡੀ ਧਰਤੀ ਹੈ, ਸਾਡੀ ਧਰਤੀ ਦੇ ਹੀਰੋਜ਼ ਹਨ, ਜਿਨ੍ਹਾਂ ਨੇ ਬਹੁਤ ਕੁਝ ਇੱਥੇ ਦਿੱਤਾ ਵਾ, ਔਰ ਉਹਨਾਂ ਦੇ ਨਾਲ ਪੰਜਾਬ ਦੀ ਜਿਹੜੀ ਜ਼ੇਨ ਸਾਜ਼ੀ ਹੈ ਉਹ ਲਿਬਰਲ ਔਰ ਸੈਕੂਲਰ ਗਿਆਨੀ ਤੇ ਉਹ ਅੱਗੇ ਵਧੇਗੀ। ਔਰ ਬੁੱਲੇ ਸ਼ਾਹ ਨੂੰ ਜਦੋਂ ਅਸੀਂ ਪੜਾਂਗੇ, ਜਾਂ ਇੱਥੇ ਗੁਰੂ ਨਾਨਕ ਪੜ੍ਹਾਇਆ ਜਾਏਗਾ, ਬਾਬਾ ਫਰੀਦ ਪੜ੍ਹਾਇਆ ਜਾਏਗਾ, ਤੇ ਇੱਥੋਂ ਜਿਹੜੇ ਰੱਟੂ ਤੋਤੇ ਪੈਦਾ ਹੁੰਦੇ ਨੇ, ਉਹ ਰੱਟੂ ਤੋਤੇ ਨਹੀਂ ਪੈਦਾ ਹੋਣਗੇ, ਇੱਥੇ ਅੱਛੇ ਇਨਸਾਨ ਪੈਦਾ ਹੋਊਗੇ, ਉਹਨਾਂ ਦਾ ਕ੍ਰੀਏਟਿਵਿਟੀ ਲੈਵਲ ਜਿਹੜਾ ਉਹ ਕੁਝ ਬਿਹਤਰ ਹੋਏਗਾ। ਹੁਣ ਤੇ ਅਸੀਂ ਜਿਹੜੀ ਆਪਣੀ ਸੁਸਾਇਟੀ ਪੰਜਾਬ ਦੇ ਅੰਦਰ ਕਰਕੇ ਬੈਠੇ ਹਾਂ, ਉਹ ਤੇ ਡੈਡੀ ਸੁਸਾਇਟੀ ਹੈ। ਜਿਹੜਾ ਕੋਈ ਮਜ਼ਹਬੀ ਤਬਕਾ ਚਾਹੁੰਦਾ ਵਾ ਪੰਜਾਬ ਦੇ ਲੋਕਾਂ ਨੂੰ ਇੱਕ ਨਾਰਾ ਮਾਰਦਾ ਵਾ, ਆਪਣੇ ਪਿੱਛੇ ਸਾਰੇ ਉਹਨਾਂ ਦੇ ਪੰਜਾਬੀਆਂ ਦੇ ਵੋਟ ਉਹਨਾਂ ਦੇ ਹਿੱਸੇ ਦੇ ਹੁੰਦੇ। ਕੋਈ ਸਿਆਸਤਦਾਨ ਚਾਪਲੂਸੇ ਚਾਹੁੰਦਾ ਹੈ, ਉਹ ਜਾਗ ਪੰਜਾਬੀ ਜਾਗ ਦਾ ਨਾਰਾ ਮਾਰਦਾ ਹੈ, ਸਾਰਾ ਪੰਜਾਬ ਉਹਨੂੰ ਵੋਟ ਦਿੰਦਾ। ਮਤਲਬ ਇੱਕ ਟੋਲਾ ਹੈ, ਸੌਰੀ ਟੂ ਸੇ, ਆਪਣੇ ਆਪ ਮੈਂ ਵੀ ਇਹਦੇ ਵਿੱਚ ਸ਼ਾਮਿਲ ਹਾਂ, ਬੇਵਕੂਫਾਂ ਦਾ 12 ਕਰੋੜ ਲੋਕਾਂ ਦਾ ਟੋਲਾ ਹੈ, ਜਿਹਨੂੰ ਕੋਈ ਜਦੋਂ ਚਾਹਵੇ ਵਰਤ ਲਵੇ, ਕਿਉਂਕਿ ਉਹਨਾਂ ਦੇ ਅੰਦਰ ਆਪਣਾ ਦਿਮਾਗ ਨਹੀਂ ਹੈ। ਇਸ ਸਟੇਟ ਨੇ ਉਹ ਦਿਮਾਗ ਖਤਮ ਕਰ ਦਿੱਤਾ ਹੈ, ਔਰ ਉਹ ਦਿਮਾਗ ਆਪਣੀ ਲੈਂਗੁਏਜ ਦੇ ਸਿਰ ਤੇ ਹੀ ਪੈਦਾ ਹੋਏਗਾ। ਕ੍ਰੀਏਟਿਵਿਟੀ ਆਪਣੀ ਲੈਂਗੁਏਜ, ਮਿਸਾਲ ਦੇ ਤੌਰ ਤੇ ਮੈਂ ਬੋਲਦਾ ਪੰਜਾਬੀ ਹਾਂ, ਮੈਂ ਆਪਣੇ ਸੁਪਨੇ ਪੰਜਾਬੀ ਦੇ ਵਿੱਚ ਦੇਖਦਾ ਹੁੰਦਾ। ਹੁਣ ਮੈਂ ਅਗਰ ਕੋਈ ਇਹਦੇ ਵਿੱਚ ਕੋਈ ਕ੍ਰੀਏਟ ਕਰਾਂਗਾ,
ਤੇ ਮੈਂ ਕਿਸੇ ਹੋਰ ਲੈਂਗੁਏਜ ਵਿੱਚ ਕ੍ਰੀਏਟ ਕਰਾਂਗਾ ਤੇ ਮੈਂ ਤੀਸਰੀ ਲੈਂਗੁਏਜ ਦੇ ਵਿੱਚ ਸੋਚ ਕੇ ਉਸ ਨੂੰ ਟਰਾਂਸਲੇਟ ਕਰਕੇ ਦੇਖ ਲਈ ਆਵਾਂਗਾ। ਮੈਂ ਡਾਇਰੈਕਟ ਉਸ ਦੇ ਵਿੱਚ ਲਿਖਾਂਗਾ ਤੇ ਮੇਰਾ ਕ੍ਰੀਏਟਿਵਿਟੀ ਦਾ ਲੈਵਲ ਉਹ ਬਹੁਤ ਬਿਹਤਰ ਹੋਏਗਾ। ਸੋ ਅਸੀਂ ਤੇ ਚਾਹੁੰਦੇ ਹਾਂ ਕਿ ਸਾਡੀ ਜ਼ੁਬਾਨ ਨੂੰ ਸਾਡੇ ਕਲਚਰ ਨੂੰ ਥੋੜੀ ਜਿਹੀ ਸਪੇਸ ਦੇ ਦਿਓ ਕਿ ਐਟਲੀਸਟ ਪੰਜਾਬ ਪੰਜਾਬੀਆਂ ਦਾ ਪੰਜਾਬ ਲੱਗੇ, ਨਾ ਕਿ ਯੂਪੀ ਸੀਪੀ ਵਾਲਿਆਂ ਦਾ ਪੰਜਾਬ ਲੱਗੇ। ਬਸ ਇਤਨੀ ਸਾਡੀ ਖਾਹਿਸ਼। ਜੀ, ਜੀ। ਅੱਛਾ, ਤੁਹਾਨੂੰ ਕਿਤੇ ਲੱਗਿਆ ਕਿ ਜਿਹੜੇ ਹੁਣ ਤੁਸੀਂ ਹੁਣ ਕਾਫ਼ੀ ਜ਼ਿਕਰ ਕੀਤਾ ਹੈ ਪਾਕਿਸਤਾਨੀ ਪੰਜਾਬ ਦੇ ਆਮ ਲੋਕਾਂ ਦਾ ਵੀ, ਕਿ ਇੱਕ ਆਈਡੈਂਟਿਟੀ ਕ੍ਰਾਈਸਿਸ ਹੈ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਮੈਂ ਆਪਣੇ ਆਪ ਨੂੰ ਪੰਜਾਬੀ ਕਹਾਂ ਕਿ ਨਾ ਕਹਾਂ। ਇੱਕ ਤਰੀਕੇ ਦੀ ਹੀਨ ਭਾਵਨਾ ਵੀ ਹੈ ਕਿ ਬੜਾ ਮੈਨੂੰ ਸਮਝਿਆ ਜਾਊਗਾ ਕਿ ਸ਼ਾਇਦ ਮੈਂ ਥੋੜਾ ਜਿਹਾ ਮੇਰਾ ਸਟੈਂਡਰਡ ਘੱਟ ਹੈ। ਮੈਂ ਕਿਉਂਕਿ ਮੈਂ ਪਾਕਿਸਤਾਨ ਆਇਆ ਸਾਂ, ਉੱਥੇ ਆ ਕੇ ਮੈਂ ਦੇਖਿਆ ਕਿ ਜਿਹੜੇ ਲੋਕ ਇੱਕ ਮੇਰੇ ਜਿਹੜੇ ਡਰਾਈਵਰ ਸਨ, ਉਹਨਾਂ ਨੂੰ ਮੈਂ ਆਖਿਆ ਕਿ ਤੁਸੀਂ ਦੱਸੋ ਕਿ ਤੁਸੀਂ ਕਦੇ ਕਿਸੇ ਬੰਦੇ ਨਾਲ ਪੰਜਾਬੀ 'ਚ ਬੋਲਦੇ ਹੋ, ਕਿਸੇ ਨਾਲ ਤੁਸੀਂ ਉਰਦੂ 'ਚ ਬੋਲਦੇ ਹੋ, ਇੱਕ ਭਾਸ਼ਾ 'ਚ ਕਿਉਂ ਨਹੀਂ ਬੋਲਦੇ? ਉਹ ਕਹਿੰਦੇ ਕਿ ਮੈਂ ਦੇਖ ਕੇ ਬੋਲਦਾ ਹਾਂ ਕਿ ਜਿਹਨੇ ਤਾਂ ਕੁੜਤਾ ਪਜਾਮਾ ਪਾਇਆ ਹੋਇਆ, ਕੋਈ ਆਮ ਜਿਹਾ ਦੇਸੀ ਜਿਹਾ ਲੱਗ ਰਿਹਾ, ਚੱਪਲਾਂ ਪਾਈਆਂ ਨੇਗੀਆਂ, ਉਹਦੇ ਨਾਲ ਮੈਂ ਪੰਜਾਬੀ 'ਚ ਬੋਲਦਾ, ਤੇ ਜਿਹਨੇ ਕੋਈ ਸ਼ਰਟ ਪੈਂਟ ਪਾਈ ਹੋਈ ਹੈ, ਚੰਗੇ ਬੂਟ ਪਾਏ ਹੋਏ ਨੇਗੇ, ਉਹਦੇ ਨਾਲ ਮੈਂ ਉਰਦੂ 'ਚ ਬੋਲਦਾ। ਇਹ ਇੱਕ ਸਾਡਾ ਨਜ਼ਰੀਆ ਬਣ ਗਿਆ ਹੋਇਆ। ਕਿ ਤੁਹਾਨੂੰ ਲੱਗਦਾ ਹੈ ਕਿ ਸਾਡੇ 'ਚ ਕੋਈ ਇਹ ਘਾਟ ਹੈ ਤੇ ਕੋਈ ਆਈਡੈਂਟਿਟੀ ਕ੍ਰਾਈਸਿਸ ਵੀ ਬਣਦਾ ਜਾ ਰਿਹਾ ਹੈ? ਇਹ ਤਾਂ ਬਿਲਕੁਲ ਬਣ ਚੁੱਕਿਆ ਹੈ ਨਾ। ਇਹ ਬਣਦਾ ਨਹੀਂ ਜਾ ਰਿਹਾ, ਬਣ ਚੁੱਕਾ ਹੈ। ਔਰ ਉਹਦੇ ਪਿੱਛੇ ਜਿਸ ਤਰ੍ਹਾਂ ਮੈਂ ਪਹਿਲੇ ਤੁਹਾਨੂੰ ਥੋੜਾ ਜਿਹਾ ਹਵਾਲਾ ਦਿੱਤਾ ਸੀ ਕਿ ਇਹਦੇ 'ਚ ਪੂਰਾ ਸਟੇਟ ਨੇ ਇਸ ਤੇ ਬਹੁਤ ਜ਼ਿਆਦਾ ਮਿਹਨਤ ਜੀ, ਕੀਤੀ ਹੈ। ਪਿਛਲੀਆਂ 7 ਦਹਾਈਆਂ ਇਸ ਤੇ ਭਰਪੂਰ ਮਿਹਨਤ ਕੀਤੀ ਹੈ। ਪੀਟੀਵੀ ਦੇ ਅੰਦਰ ਜੋ ਦਿਖਾਇਆ ਹੂੰ, ਗਿਆ ਹੈ, ਅਖਬਾਰਾਂ ਦੇ ਅੰਦਰ ਜਿਹੜਾ ਸਰਕਾਰੀ ਬਿਆਨੀਆਂ ਲੈ ਕੇ ਅੱਗੇ ਵਧੇ, ਉਹਦੇ ਨਾਲ ਜਦੋਂ ਤੇ ਕਾਰਪੋਰੇਟ ਮੀਡੀਆ ਆਂਦਾ ਤੇ ਉਸ ਵੇਲੇ ਕਾਰਪੋਰੇਟ ਮੀਡੀਆ ਨੇ ਵੀ ਉਸੇ ਸਰਕਾਰੀ ਬਿਆਨੀਆਂ ਨੂੰ ਚੁੱਕਾ। ਮਿਸਾਲ ਦੇ ਤੌਰ ਤੇ ਇੱਥੇ ਜੀਓ, ਜੀ, ARY, ਇਹਨਾਂ ਜਿਤਨੇ ਵੀ ਵੱਡੇ ਜਾਂ ਹਮ ਟੀਵੀ ਹੈ, ਜਿਤਨੇ ਵੀ ਇੱਥੇ ਡਰਾਮੇ ਬਣ ਰਹੇ ਹੈ, ਇੱਕ ਬਣੇਗੀ ਫਿਲਮ, ਇੱਕ ਡਰਾਮਾ ਬਣੇਗਾ, ਸਕੂਲਾਂ ਦੇ ਅੰਦਰ ਜੋ ਉਹਨਾਂ ਦਾ ਜ਼ੇਨ ਬਣੇਗਾ, ਇਹ ਸਾਰੀਆਂ ਚੀਜ਼ਾਂ ਮਿਲ ਕੇ ਤੇ ਇੱਕ ਬੰਦੇ ਦੀ ਜਿਹੜੀ ਹੈ ਮਾਈਂਡ ਮੇਕਿੰਗ ਉਹ ਕਰਦੀ। ਸੋ ਉਹਨਾਂ ਦੇ ਅੰਦਰ ਜਿਹੜਾ ਜੀ, ਅੱਜ ਵੀ ਡਰਾਮਾ ਬਣ ਰਿਹਾ ਹੈ, ਉਹਦੇ ਅੰਦਰ ਵੀ ਪੰਜਾਬੀ ਨੂੰ ਜਾਹਿਲ ਦਿਖਾਇਆ ਜਾਂਦਾ ਹੈ, ਇੱਕ ਖਾਸ ਸੋਚ ਦੇ ਤਹਿਤ। ਔਰ ਉਹਦੇ ਜੀ, ਜਿਹੜਾ ਤਹਿਜ਼ੀਬ ਯਾਫਤਾ ਦਿਖਾਇਆ ਜਾਂਦਾ ਹੈ, ਉਰਦੂ ਸਪੀਕਿੰਗ ਨੂੰ ਦਿਖਾਇਆ ਜਾਂਦਾ ਹੈ। ਮਤਲਬ ਇੱਥੇ ਪੰਜਾਬੀ ਸ਼ਾਇਰ ਜਿਤਨੀ ਅੱਛੀ ਜੀ, ਸ਼ਾਇਰੀ ਕਰ ਜੀ। ਰਹੀ ਹੈ, ਉਹਨੂੰ ਕਿਤੇ ਮਾਨਤਾ ਨਹੀਂ ਮਿਲਦੀ। ਬਾਬਾ ਨਜਮੀ ਜਿਹਾ ਸ਼ਾਇਰ, ਅਫਜ਼ਲ ਹੂੰ, ਸਾਹਿਰ ਜਿਹਾ ਸ਼ਾਇਰ, ਉਹ ਸਾਡੇ ਕੋਲ ਹੈ। ਤਜਮਲ ਕਲੀਮ ਜਿਹੇ ਵੱਡੇ ਸ਼ਾਇਰ ਹੈ, ਜਿਨ੍ਹਾਂ ਦੇ ਸਾਹਮਣੇ ਅੱਜ ਦੇ ਉਰਦੂ ਪੋਇਟ ਅਸੀਂ ਰੱਖੀਏ ਤਾਂ ਉਰਦੂ ਪੋਇਟ ਦਾ ਲੈਵਲ ਬਹੁਤ ਘੱਟ ਹੈ, ਲੇਕਿਨ ਉਹਨਾਂ ਨੂੰ ਮਾਨਤਾ ਨਹੀਂ ਮਿਲੇਗੀ। ਉਹਨਾਂ ਨੂੰ ਕਿਤੇ ਕਿਸੇ ਨੇ ਬੁਲਾ ਕੇ ਕੋਈ ਆਨਰਰੀ ਸ਼ੀਲਡ ਵੀ ਨਹੀਂ ਦਿੱਤੀ ਕਿ ਤੁਸੀਂ ਬਹੁਤ ਅੱਛੀ ਪੋਇਟਰੀ ਕਰ ਰਹੇ ਹੋ। ਦੂਸਰੀ ਹੂੰ, ਸਾਈਡ ਤੇ ਜਿਹੜਾ ਜੀ, ਉਰਦੂ ਪੋਇਟ ਹੈ, ਉਹ ਬੇਸ਼ੱਕ ਵਸੀ ਸ਼ਾਹ ਦੇ ਲੈਵਲ ਦਾ ਹੈ, ਉਹਨੂੰ ਸਟੇਟ ਵੱਲੋਂ ਇਤਨੀ ਸਪੋਰਟ ਮਿਲਦੀ ਹੈ ਕਿ ਉਹਨੂੰ ਲੱਖਾਂ ਦੇ ਵਿੱਚ ਖੇਲਦਾ, ਕਰੋੜਾਂ ਦੇ ਵਿੱਚ ਖੇਲਦਾ। ਹੁਣ ਜਿਤਨੇ ਅਸੀਂ ਜੀ, ਦੇਖਦੇ ਹਾਂ ਕਿ ਸਾਰੇ ਪੰਜਾਬੀ ਹੀ ਸੀ, ਜਿਨ੍ਹਾਂ ਨੇ ਉਰਦੂ ਦੇ ਵਿੱਚ ਨਾਮ ਪੈਦਾ ਹੂੰ, ਕੀਤੇ ਨੇ, ਸਾਰੇ ਪੰਜਾਬੀ ਹੀ ਸਨ। ਇਹਨਾਂ ਦਾ ਜ਼ਿਹਨ ਇੱਕ ਖਾਸ ਸੋਚ ਦੇ ਤਹਿਤ ਬਦਲਿਆ ਗਿਆ। ਪੰਜਾਬੀ ਦੇ ਵਿੱਚ ਕੱਖ ਵੀ ਨਹੀਂ ਇਹਨਾਂ ਨੇ ਜੀ, ਦਿੱਤਾ। ਪੰਜਾਬੀ ਦੇ ਵਿੱਚ ਭੁੱਖ ਰੱਖੀ ਹੂੰ, ਐਸੀ, ਔਰ ਪੰਜਾਬੀ ਦੇ ਵਿੱਚ ਇਹ ਸਾਰਾ ਕੁਝ ਰੱਖਿਆ ਕਿ ਕਮਜ਼ੋਰੀ ਹੀ ਕਮਜ਼ੋਰੀ ਹੈ। ਸੋ ਪੰਜਾਬੀ ਵੱਲ ਇਸ ਲਈ ਹਰ ਬੰਦਾ ਨਹੀਂ ਜੀ, ਆਂਦਾ ਕਿ ਕੌਣ ਆਪਣਾ ਫਿਊਚਰ ਦਾਅ ਤੇ ਲਾਂਦਾ ਹੈ, ਕੌਣ ਆਪਣੇ ਪੱਲਿਓਂ ਪੈਸਾ ਖਰਚਦਾ ਹੈ, ਕੌਣ ਇਹਦੇ ਵਾਸਤੇ ਦਿਨ ਰਾਤ ਇੱਕ ਕਰਦਾ ਹੈ। ਇਸ ਲਈ ਉਹ ਉਸ ਸਾਈਡ ਵੱਲ ਜਾਏਗਾ ਜਿੱਥੇ ਉਹਦੇ ਮਫਾਦਾਤ ਦੀ ਗੇਮ ਹੋਏਗੀ। ਸੋ ਇਹੀ ਹੈ, ਪੰਜਾਬੀ ਮਫਾਦਾਤ ਵੱਲ ਦੌੜੇ ਹਨ ਜੀ, ਔਰ ਆਪਣੀ ਜਿਹੜੀ ਜ਼ਬਾਨ ਹੈ ਉਸ ਤੋਂ ਦੂਰ। ਜੀ। ਅੱਛਾ, ਜਿਹੜੇ ਮੈਂ ਅਕਸਰ ਦੇਖੇ ਕਿ ਜਿਹੜੇ ਗਾਇਕ ਨੇ ਜਿਹੜੇ ਪਾਕਿਸਤਾਨੀ ਪੰਜਾਬ ਤੋਂ ਨੇਗੇ, ਉਹ ਮੈਂ ਵੱਡੇ-ਵੱਡੇ ਮੈਂ ਗਾਇਕਾਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਹੈਗਾ। ਉਹ ਗਾਇਕ ਪੰਜਾਬੀ 'ਚ ਗਾਣਾ ਗਾਉਂਦੇ ਨੇਗੇ ਤੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ, ਇੱਕ ਗਾਣਾ ਗਾ ਕੇ ਵਿੱਚ ਥੋੜ੍ਹਾ ਜਿਹਾ ਟਾਈਮ ਮਿਲਦਾ, ਜਦੋਂ ਉਹ ਜਿਹੜੇ ਸਾਹਮਣੇ ਬੈਠੇ ਲੋਕ ਆ, ਉਹਨਾਂ ਨਾਲ ਜਦੋਂ ਗੱਲ ਕਰਦੇ ਨੇ, ਫਿਰ ਉਹ ਉਰਦੂ 'ਚ ਗੱਲ ਕਰਦੇ ਨੇ ਤੇ ਗਾਣਾ ਫਿਰ ਪੰਜਾਬੀ 'ਚ ਗਾਉਂਦੇ ਨੇ। ਤੇ ਇਵੇਂ ਕਵਿਤਾ ਦਾ ਵੀ ਇਹੀ ਹੈ ਕਿ ਮੈਂ ਉਹਦੇ 'ਚ ਵੀ ਨਾਮ ਨਹੀਂ ਲੈਣਾ ਚਾਹੁੰਦਾ। ਇੱਕ ਬਹੁਤ ਵੱਡੇ ਕਵੀ ਨੇਗੇ ਪਾਕਿਸਤਾਨੀ ਪੰਜਾਬ ਦੇ, ਉਹ ਹਾਸ ਰਸ ਵਾਲੀਆਂ ਕਵਿਤਾਵਾਂ ਲਿਖਦੇ ਨੇ ਤੇ ਉਹਨਾਂ ਨੂੰ ਬਹੁਤ ਸੁਣਿਆ ਜਾਂਦਾ ਹੈ ਤੇ ਉਹ ਪੰਜਾਬੀ 'ਚ ਲਿਖਦੇ ਨੇ। ਪਰ ਜਦੋਂ ਕਵਿਤਾ ਤੋਂ ਹਟ ਕੇ ਜਦੋਂ ਉਹ ਸਾਹਮਣੇ ਬੈਠੇ ਹੋਏ ਸਰੋਤਿਆਂ ਨਾਲ ਗੱਲ ਕਰਦੇ ਨੇ ਤਾਂ ਫਿਰ ਉਹ ਉਰਦੂ ਦੇ ਵਿੱਚ ਆ ਜਾਂਦੇ ਨੇਗੇ। ਤੁਸੀਂ ਇਹਨਾਂ ਚੀਜ਼ਾਂ ਬਾਰੇ ਕਦੇ ਸੋਚਿਆ ਕਿ ਤੁਸੀਂ ਉਹਨਾਂ ਨਾਲ ਗੱਲ ਕਦੇ ਕੀਤੀ ਹੈ ਕਿ ਵੀ ਤੁਸੀਂ ਐਵੇਂ ਕਿਉਂ ਕਰਦੇ ਹੁੰਦੇ ਹੋ? ਡੈਫੀਨੇਟਲੀ ਜਿਹੜੇ ਲੋਕਾਂ ਨਾਲ ਸਾਡਾ ਡਾਇਲੌਗ ਹੁੰਦਾ ਹੈ, ਉਹਨਾਂ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਦੋਹਰਾ ਮਿਆਰ ਹੈ। ਅਗਰ ਤੁਹਾਨੂੰ ਫੇਮ ਪੰਜਾਬੀ ਦੀ ਵਜ੍ਹਾ ਤੋਂ ਮਿਲ ਰਹੀ ਹੈ, ਦੇਖੋ ਇੱਥੇ ਜਿਤਨੇ ਸੂਫੀ ਸਿੰਗਰਸ ਹਨ, ਜਾਂ ਕਿ ਅਸੀਂ ਉਸਨੂੰ ਕਲਾਸੀਕਲ ਸਿੰਗਰ ਜੀ, ਕਹਿੰਦੇ ਹਾਂ, ਉਹ ਸ਼ਾਮ 84 ਘਰਾਣੇ ਦਾ ਹੋਵੇ ਜਾਂ ਕਿਸੇ ਵੀ ਜੀ, ਘਰਾਣੇ ਦੂਸਰੇ ਘਰਾਣੇ ਦਾ ਹੈ, ਉਦੋਂ ਤੱਕ ਉਸ ਨੂੰ ਫੇਮ ਨਹੀਂ ਹੂੰ, ਮਿਲਦਾ ਜਦੋਂ ਤੱਕ ਉਹ ਪੰਜਾਬੀ ਨਹੀਂ ਗਾਏਗਾ। ਉਹ ਉਰਦੂ ਜੀ, ਗਾਉਂਦਾ ਰਹੇ, ਉਹਨੂੰ ਕੋਈ ਜਾਣੇਗਾ ਵੀ ਨਹੀਂ।
ਕਿਉਂਕਿ ਲੋਕਾਂ ਦੀ ਜ਼ਬਾਨ ਪੰਜਾਬੀ, ਉਹਨਾਂ ਦੇ ਬਲੱਡ ਦੇ ਵਿੱਚ ਪੰਜਾਬੀ ਹੈ, ਇਸ ਲਈ ਉਹ ਪੰਜਾਬੀ ਦੇ ਨਾਲ ਜੀ ਅਲਟੀਮੇਟਲੀ ਉਹਨਾਂ ਦੇ ਅੰਦਰ ਉਹ ਜੁੜਤ ਬਣੇਗੀ। ਲੇਕਿਨ ਜਿਹੜੇ ਹੂੰ ਲੋਕ ਆ, ਕਿਉਂਕਿ ਉਹਨਾਂ ਨੇ, ਮੈਂ ਬਾਰ-ਬਾਰ ਇੱਕ ਹੀ ਇਦਾਰੇ ਦਾ ਜ਼ਿਕਰ ਕਰਦਾ ਹਾਂ ਕਿ ਬਰਬਾਦੀ ਇੱਥੇ ਉਸ ਇਦਾਰੇ ਨੇ ਕੀਤੀ ਹੈ। ਪੀਟੀਵੀ ਤੇ ਗਾਣਾ ਸੁਣਿਆ ਹੂੰ ਜਾਏਗਾ, ਪੰਜਾਬੀ ਦੇ ਵਿੱਚ ਸੁਣ ਲਿਆ ਜਾਏਗਾ। ਮਿਸਾਲ ਦੇ ਤੌਰ ਤੇ ਕਿਸੇ ਹੂੰ ਵੀ ਕੋਈ ਕਾਫੀ ਸੁਣਨੀ ਖਾਜਾ ਫਰੀਦ ਦੀ, ਉਹ ਤਾਂ ਪੰਜਾਬੀ ਦੇ ਵਿੱਚ ਗਵਾਰਾ ਹੈ। ਲੇਕਿਨ ਜਦੋਂ ਬੋਲੇਗਾ ਉੱਥੋਂ ਦਾ ਹੂੰ ਐਂਕਰ, ਤੇ ਉਹ ਉਰਦੂ ਚ ਬੋਲੇਗਾ, ਉਹ ਪੰਜਾਬੀ ਚ ਨਹੀਂ ਬੋਲੇਗਾ। ਸੋ ਇਹ ਸੋਚ ਉੱਪਰੋਂ ਥੱਲੇ ਹੂੰ ਆ ਰਹੀ ਹੈ। ਹਮੇਸ਼ਾ ਜੀ ਸੁਸਾਇਟੀ ਦੀ ਜੀ ਬਿਹਤਰੀ ਜੀ ਉਦੋਂ ਆਉਂਦੀ ਹੈ ਜਦੋਂ ਸੋਚ ਥੱਲੋਂ ਉੱਪਰ ਜਾਂਦੀ ਹੈ। ਇੱਥੇ ਸਾਰਾ ਕੁਝ ਉੱਪਰੋਂ ਆ ਰਹੀ ਹੈ। ਔਰ ਉਹ ਸ਼ਾਇਰ ਜਿਨ੍ਹਾਂ ਦਾ ਤੁਸੀਂ ਹੂੰ ਜ਼ਿਕਰ ਕਰ ਰਹੇ ਹੋ, ਉਹਨਾਂ ਦੀਆਂ ਬੜੀਆਂ ਪੰਜਾਬੀ ਮਸ਼ਹੂਰ ਨਜ਼ਮਾਂ, ਹੂੰ ਲੇਕਿਨ ਉਹੀ ਸ਼ਾਇਰ ਤੁਸੀਂ ਜੀ ਦੇਖੋ, ਬਦਿਆਨਤੀ ਗੁਜਰਾਤ ਦੇ ਰਹਿਣ ਵਾਲਾ ਸ਼ਾਇਰ, ਉਹੀ ਇਹ ਕਹਿੰਦਾ ਹੈ ਕਿ ਹੂੰ हाँ मुझे उर्दू है पंजाबी से अजीज तर, क्योंकि मेरी सोच इलाकाई नहीं ਹੂੰ है। मतलब ਇਹਦੇ ਦੇਖੋ ਨਾ ਕਿਤਨੀ ਮੁਤਾਲੇ ਦੀ ਘਾਟ ਹੈ ਓਕੇ ਕਿ ਉਹ ਪੰਜਾਬੀ ਨੂੰ ਹੂੰ ਇਲਾਕਾਈ ਸੋਚ ਕਹਿ ਰਹੀ ਹੈ, ਉਹ ਉਰਦੂ ਨੂੰ ਉਸ ਤੋਂ ਵੱਡੀ ਜੀ ਲੈਂਗੁਏਜ ਕਹਿ ਰਹੀ ਹੈ। ਹਾਲਾਂਕਿ ਉਰਦੂ ਜਿਹੜੀ ਲੈਂਗੁਏਜ ਹੈ ਉਹ ਸਿਰਫ ਯੂਪੀ ਸੀਪੀ ਤੱਕ ਮਹਿਦੂਦ ਹੈ, ਲੇਕਿਨ ਜਿਹੜੀ ਪੰਜਾਬੀ ਹੂੰ ਹੈ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੋਲੀ ਜਾ ਰਹੀ ਹੈ। ਔਰ ਪੰਜਾਬੀ ਉਸ ਤੋਂ ਕਿਤਨੀ ਬਿਲਕੁਲ ਵੱਡੀ ਲੈਂਗੁਏਜ ਹੈ। ਪੰਜਾਬੀ ਦਾ ਲਿਟਰੇਚਰ ਉਸ ਤੋਂ ਕਿਤੇ ਰਿਚ ਲਿਟਰੇਚਰ ਹੈ। ਮਤਲਬ ਉਰਦੂ ਦਾ ਲਿਟਰੇਚਰ ਇਹ ਹੂੰ ਹੂੰ 150 ਪੌਣੇ 200 ਸਾਲ ਦਾ ਲਿਟਰੇਚਰ ਪੰਜਾਬੀ ਦੇ ਅੱਗੇ ਕੌਣ ਰੱਖੇਗਾ? ਬੇਵਕੂਫੀ ਹੈ ਨਾ। ਇਸ ਲਈ ਲੋਕਾਂ ਜੀ ਨੂੰ ਜਿਹੜੀ ਸੋਚ ਦਿੱਤੀ ਗਈ ਹੈ, ਉਹ ਅਸੀਂ ਕਿਤੇ ਮਿਸਾਲ ਦਿੰਦੇ ਹੁੰਦੇ ਹਾਂ, ਸਾਡੇ ਗੁਜਰਾਤ ਦੀ ਸਾਈਡ ਤੇ ਦੌਲੇਸ਼ਾਹੀ ਚੂਹੇ ਬੜੇ ਮਸ਼ਹੂਰ ਹਨ। ਉਹ ਦੌਲੇਸ਼ਾਹੀ ਚੂਹੇ ਦਾ ਕੰਮ ਇਹ ਲਿਆ ਹੂੰ ਜਾਂਦਾ ਵਾ ਕਿ ਉਹ ਜਦੋਂ ਬੱਚੇ ਪੈਦਾ ਹੁੰਦੇ ਆ ਤੇ ਉਹ ਦਰਬਾਰਾਂ ਤੇ ਦੇ ਜਾਂਦੇ ਆ ਬੱਚੇ, ਕਿ ਇਹ ਸਪੀਡ ਦਾ ਹੂੰ ਬੱਚਾ ਹੈ। ਮੈਂ ਦੁਆ ਮੰਗੀ ਸੀ, ਬੱਚਾ ਪੈਦਾ ਹੋ ਗਿਆ, ਇਹ ਹੁਣ ਇਸ ਸਪੀਡ ਦਾ ਹੈ। ਉਹ ਤਾਂ ਉੱਥੋਂ ਦੇ ਜਿਹੜੇ ਲੋਕ ਆ, ਜਿਹੜੇ ਦਰਬਾਰੀ ਲੋਕ ਆ, ਉਹ ਕੀ ਕਰਦੇ ਆ, ਉਹਦਾ ਦਿਮਾਗ ਲੋਹੇ ਦੇ ਕੜੇ ਦੇ ਨਾਲ ਬੰਨ੍ਹ ਦਿੰਦੇ ਸ਼ੁਰੂ ਤੋਂ। ਉਹਦੀ ਬਾਕੀ ਬਾਡੀ ਤੇ ਹੂੰ ਜਿਹੜੀ ਹੈ ਉਹ ਵੱਡੀ ਹੋ ਰਹੀ ਹੁੰਦੀ ਹੈ, ਵੱਧ ਰਹੀ ਹੁੰਦੀ, ਉਹਦੀ ਗਰੋਥ ਤੇ ਹੋ ਰਹੀ ਹੁੰਦੀ ਹੈ, ਲੇਕਿਨ ਉਹਦਾ ਦਿਮਾਗ ਜਿਹੜਾ ਹੈ ਉਹ ਇੱਕ ਖਾਸ ਹੱਦ ਤੋਂ ਅੱਗੇ, ਉਹਦਾ ਸਿਰ ਉਹ ਨਹੀਂ ਵੱਧਦਾ। ਉਹਨਾਂ ਦਾ ਫਿਰ ਉਹ ਕੀ ਕਰਦੇ ਨੇ ਕਿ ਉਹਨਾਂ ਦੌਲੇਸ਼ਾਹੀ ਚੂਹਾਂ ਨੂੰ ਮੰਗਣ ਤੇ ਲਾ ਦਿੰਦੇ ਨੇ। ਉਹਨਾਂ ਨੂੰ ਸੋਚ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਹੋਰ ਨਹੀਂ ਹੈ, ਆਪਣੀ ਸੋਚ ਦੀ ਸਲਾਹੀਅਤ ਨਹੀਂ ਹੈ। ਉਹਨਾਂ ਨੂੰ ਪੜਾਇਆ ਜਾਂਦਾ ਹੈ ਦੌਲੇਸ਼ਾਹੀ ਚੂਹਾਂ ਨੂੰ ਕਿ ਤੁਸੀਂ ਹੁਣ ਦੁਕਾਨਾਂ ਤੇ ਜਾਣਾ ਹੈ, ਤੁਸੀਂ ਲੋਕਾਂ ਕੋਲ ਜਾਣਾ ਹੈ, ਔਰ ਉਹਨਾਂ ਤੋਂ ਸਿਰਫ ਤੁਸੀਂ ਮੰਗਣਾ ਹੈ। ਸੋ ਸਿਰਫ ਮੰਗਣ ਦੀ ਹੱਦ ਤੱਕ ਉਹ ਉਹਨਾਂ ਦੀ ਹੂੰ ਪੂਰੀ ਲਾਈਫ ਉਹ ਗੁਜ਼ਰ ਜਾਂਦੀ ਹੈ। ਪਾਕਿਸਤਾਨੀ ਸਟੇਟ ਨੂੰ ਵੀ ਦੌਲੇਸ਼ਾਹੀ ਚੂਹਾ ਉਹਨਾਂ ਹੀ ਬੁਨਿਆਦਾਂ ਤੇ ਬਣਾਇਆ ਗਿਆ ਹੈ। ਇਹਨਾਂ ਦੇ ਦਿਮਾਗਾਂ ਦੇ ਅੰਦਰ ਕੋਈ ਆਪਣੀ ਹੂੰ ਬਿਹਤਰੀ ਦੀ ਸੋਚ ਆਂਦੀ ਹੀ ਨਹੀਂ। ਔਰ ਇਹੀ ਮਿਸਾਲ ਹੈ ਕਿ ਇੱਥੋਂ ਜੀ ਦਾ ਜਿਹੜਾ ਵੱਡਾ ਸ਼ਾਇਰ ਹੈ, ਵੱਡਾ ਗੁਲੂਕਾਰ ਹੈ, ਉਹ ਸੋਚ ਦੇ ਅੰਦਰ ਰਹਿੰਦੇ ਹੂੰ ਹੋਏ ਜੀਂਦਾ ਹੈ। ਭਲੇ ਉਹਨੂੰ ਸ਼ੋਹਰਤ ਪੰਜਾਬੀ ਤੋਂ ਮਿਲਦੀ ਹੈ, ਲੇਕਿਨ ਉਹ ਹੂੰ ਪਿੱਛੇ ਜਿਹੜੀ ਸੋਚ ਹੈ ਉਹਨੂੰ ਖਿੱਚਦੀ ਹੈ, ਉਸ ਨੂੰ ਡੰਗਦੀ ਹੈ, ਔਰ ਉਹ ਹਮੇਸ਼ਾ ਆਪਣੀ ਸਾਰੀ ਲਾਈਫ ਉਹ ਡੰਗਦੇ ਡੰਗਦਾ ਗੁਜ਼ਾਰ ਜਾਂਦਾ। ਜੀ ਅੱਛਾ, ਜਦੋਂ ਤੁਸੀਂ ਹੁਣ ਇੱਕ ਆਪਣਾ ਪ੍ਰਚਾਰ ਕਰਦੇ ਹੋ ਪੰਜਾਬੀ ਦਾ, ਤੇ ਤੁਸੀਂ ਰੈਲੀਆਂ ਵੀ ਕਰਦੇ ਹੋ, ਲੋਕਾਂ ਤੱਕ ਜਾਂਦੇ ਹੋ, ਤੇ ਲੋਕਾਂ ਦਾ ਰਵੱਈਆ ਕੀ ਹੈ, ਤੇ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ, ਉਹ ਕੰਮ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਹੋ? ਦੇਖੋ ਸਾਡਾ ਜਦੋਂ ਅਸੀਂ ਪੰਜਾਬੀ ਪ੍ਰਚਾਰ ਦੀ ਬੁਨਿਆਦ ਰੱਖੀ ਸੀ, ਤੇ ਮੇਰਾ ਜ਼ਿਹਨ ਵੀ ਇਹੀ ਸੀ, ਯੂਨੀਵਰਸਿਟੀ ਦੇ ਵਿੱਚ ਇਹ ਡਿਬੇਟਸ ਹੁੰਦੀਆਂ ਸਨ, ਤੇ ਮੈਂ ਇਹੀ ਕਹਿੰਦਾ ਸੀ ਕਿ ਯਾਰ ਇਹ ਤਾਂ ਫਸਾਦ ਖੜਾ ਕਰੇਗੀ। ਔਰ ਮੇਰਾ ਅੱਜ ਵੀ ਮੰਨਣਾ ਹੈ ਕਿ ਜਿਹੜੀ ਨੈਸ਼ਨਲਿਜ਼ਮ ਦੀਆਂ ਹੂੰ ਬੁਨਿਆਦਾਂ ਤੇ ਕੋਈ ਤਰੀਕਾਂ ਚੱਲਦੀਆਂ ਹਨ, ਉਹ ਉਹਨਾਂ ਦੇ ਵਿੱਚ ਸ਼ਾਵਨਿਸਟ ਅਪਰੋਚ ਆ ਜਾਂਦੀ ਹੈ। ਮਿਸਾਲ ਦੇ ਤੌਰ ਤੇ ਅਗਰ ਮੈਂ ਹੂੰ ਬਹੁਤ ਸਾਰੀਆਂ ਮਿਸਾਲਾਂ ਮੇਰੇ ਸਾਹਮਣੇ ਨੇ, ਮੈਂ ਪੰਜਾਬੀ ਦਾ ਭਲਾ ਚਾਹਣ ਵਾਲਾ ਹੋਵਾਂਗਾ ਤੇ ਮੈਂ ਨਿਗੇਸ਼ਨ ਕਰਾਂਗਾ ਮੈਂ ਹੂੰ ਸਿੰਧੀ ਦੀ। ਮੈਂ ਚਾਹਾਂਗਾ ਕਿ ਪੰਜਾਬੀ ਦਾ ਰਾਜ ਚਾਰ ਹੂੰ ਚਫੇਰੇ ਹੋ ਜਾਵੇ, ਪਾਕਿਸਤਾਨੀ ਜਿਹੜਾ ਰਾਜ ਹੈ ਇਹਦੇ ਵਿੱਚ ਪੰਜਾਬੀ ਦਾ ਹੋ ਜਾਣਾ ਹੂੰ ਚਾਹੀਦਾ ਹੈ, ਸਾਰੇ ਜਿਤਨੇ ਬਜਟਿੰਗ ਹੈ ਉਹ ਪੰਜਾਬੀ ਵਾਸਤੇ ਹੋਣੀ ਚਾਹੀਦੀ ਹੈ। ਇਹ ਚੀਜ਼ ਗਲਤ ਹੈ। ਸਾਨੂੰ ਜਿਸ ਤਰੀਕੇ ਦਾ ਜੀ ਪਾਕਿਸਤਾਨ ਹੈ ਜਿਹਦੇ ਵਿੱਚ ਇੱਕ ਤੋਂ ਵੱਧ ਕੌਮਾਂ ਹਨ, ਸਾਨੂੰ ਸਭ ਦੇ ਹੱਕਾਂ ਦਾ ਸੋਚਣਾ ਪਏਗਾ। ਸੋ ਸਾਨੂੰ ਸਭ ਦੇ ਹੱਕਾਂ ਦੇ ਨਾਲ ਬਿਲਕੁਲ ਸੋਚਦੇ ਸਭ ਨੂੰ ਨਾਲ ਲੈ ਕੇ ਚੱਲਣਾ ਪਏਗਾ। ਸਾਰਿਆਂ ਦੀ ਰੋਜ਼ੀ ਰੋਟੀ ਇਕੁਅਲ ਹੂੰ ਹੂੰ ਬੁਨਿਆਦਾਂ ਤੇ ਉਹਦਾ ਖਿਆਲ ਰੱਖਣਾ ਹੋਏਗਾ, ਅਦਰਵਾਈਜ਼ ਬੈਲੈਂਸ ਨਹੀਂ ਰਹਿੰਦਾ। ਸੋ ਪਾਕਿਸਤਾਨੀ ਸੁਸਾਇਟੀ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਪਾਕਿਸਤਾਨੀ ਸੁਸਾਇਟੀ ਦੇ ਵਿੱਚ ਉਹ ਅਪਰੋਚ ਜਿਹੜੀ ਯੂਨੀਵਰਸਿਟੀ ਦੇ ਦੌਰ ਦੇ ਵਿੱਚ ਮੇਰੀ ਸੀ, ਉਹ ਅਪਰੋਚ ਬਦਲੀ। ਉਹ ਇਸ ਲਈ ਬਦਲੀ ਕਿ ਬਰਬਾਦ ਹੂੰ ਦੇਖੋ ਚਾਰ ਪੁਲਾਂ ਬਣਾ ਕੇ, ਤੇ ਪੰਜਾਬ ਚਾਰ ਪੁਲਾਂ ਦਾ ਨਾਮ ਤੇ ਨਹੀਂ ਹੈ। ਪੰਜਾਬ ਇਕੱਲੇ ਲਾਹੌਰ ਦਾ ਨਾਮ ਤੇ ਨਹੀਂ ਹੈ ਜਿਸ ਦੇ ਵਿੱਚ ਚਾਰ ਨਹੀਂ ਰੋਡ ਬਣਾ ਦਿੱਤੇ ਜਾਣ। ਪੰਜਾਬ ਦੇ ਅੰਦਰ ਹੀ ਜਿਹੜਾ ਲਾਹੌਰ ਹੈ, ਹੂੰ ਉਹ ਜਿਨ੍ਹਾਂ ਪੁਲਾਂ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਤੋਂ 1 ਕਿਲੋਮੀਟਰ ਦੂਰ ਇਤਨੀ ਗੁਰਬਤ ਹੈ ਕਿ ਇੱਕ ਘਰ ਦੇ ਵਿੱਚ 5-5 ਫੈਮਲੀਜ਼ ਰਹਿੰਦੀਆਂ ਨੇ, ਇੱਕ ਮਰਲੇ ਦੇ ਘਰ ਦੇ ਵਿੱਚ। ਠੀਕ ਹੈ, ਔਰ ਇੱਥੇ ਦੀ ਗੁਰਬਤ ਦੇ ਆਲਮ ਨੇ ਕਿ ਉਹਨਾਂ ਹੂੰ ਦੀ ਸ਼ਾਇਦ 2 ਟਾਈਮ ਰੋਟੀ ਵੀ ਪੂਰੀ ਨਹੀਂ ਹੁੰਦੀ। ਸੋ ਪੰਜਾਬ ਦੇ ਅੰਦਰ ਇਹ ਮਸਲਾ ਜਦੋਂ ਇਹ ਸਮਝ ਹੂੰ ਆਇਆ, ਤਾਂ ਫਿਰ ਉਹਦੇ ਵਿੱਚ ਸਭ ਤੋਂ ਜਿਹੜੀ ਅਹਿਮ ਚੀਜ਼ ਸੀ
ਕਿ ਪੰਜਾਬੀ ਨੂੰ ਆਪਣੇ ਜਿਹੜੇ ਬੇਸਿਕ ਰਾਈਟਸ ਹਨ ਉਹਨਾਂ ਦਾ ਸ਼ੌਕ ਕਿਉਂ ਨਹੀਂ ਹੈ। ਉਹ ਪੰਜਾਬੀ ਸੀ, ਕਿਉਂਕਿ ਖਲਕਤ ਜਦੋਂ ਉਸਨੂੰ ਉਹਦੀ ਬੋਲੀ ਦੇ ਵਿੱਚ ਨਹੀਂ ਸਮਝਾਇਆ ਜਾਏਗਾ, ਦੂਸਰੀਆਂ ਬੋਲੀਆਂ ਦੇ ਵਿੱਚ ਉਹਨਾਂ ਨੂੰ ਡੀਟਰੈਕ ਕੀਤਾ ਜਾਏਗਾ, ਉਹਨਾਂ ਦੇ ਆਪਣੇ ਜਿਹੜੇ ਮਸਲੇ ਹਨ, ਗੁਰਬਤ ਦਾ ਮਸਲਾ ਹੈ, ਲਿਟਰੇਸੀ ਰੇਟ ਹੈ, ਹੋਰ ਬਾਕੀ ਜਿਹੜਾ ਕਿ ਤੁਸੀਂ ਲਿਟਰੇਸੀ ਤੁਹਾਡਾ ਲੈਵਲ ਉਹ ਕਿੱਥੇ ਖੜਾ ਹੈ, ਇਹ ਸਾਰੀਆਂ ਸੋਚਾਂ ਜਦੋਂ ਆਈਆਂ ਤਾਂ ਪੰਜਾਬੀ ਪ੍ਰਚਾਰ ਦੀ ਬੁਨਿਆਦ ਰੱਖੀ। ਔਰ ਸਭ ਤੋਂ ਪਹਿਲੇ ਅਸੀਂ ਕਿਹਾ ਕਿ ਲੋਕਾਂ ਨੂੰ ਜਾਗ੍ਰਿਤੀ ਕਿਵੇਂ ਦੇਣੀ। ਫਿਰ ਰਿਕਸ਼ਾ ਬ੍ਰਾਂਡਿੰਗ ਅਸੀਂ ਕੀਤੀ ਲਾਹੌਰ ਦੇ ਨਾਲ ਜਿਹੜੇ ਵੱਡੇ ਸ਼ਹਿਰ ਸੀ, ਜੀ ਔਰ ਅਸੀਂ ਕੋਈ 2-2.5 ਰਿਕਸ਼ਾ ਜਿਹੜਾ ਸੀ ਉਹ ਪੂਰਾ ਬ੍ਰਾਂਡ ਉਹਦੀ ਪਿੱਛੇ ਫਲੈਕਸ ਅਸੀਂ ਲਾਦੇ, ਪੰਜਾਬੀ ਦਾ ਮੈਸੇਜ ਦਿੰਦੇ। ਇਹ ਤਾਂ ਬਹੁਤ ਫਿਰ ਵੱਡਾ ਅਸੀਂ ਨੰਬਰ ਉਸ ਤੋਂ ਹੈ। ਬਾਅਦ ਜੀ ਫਿਰ ਅਸੀਂ ਉਹਦੇ 'ਚ ਇਹ ਸੋਚਿਆ ਕਿ ਜਿਹੜਾ ਇੱਥੋਂ ਦਾ ਦਾਨਿਸ਼ਵਰ ਲੋਕ ਹਨ ਉਹਨਾਂ ਨੂੰ ਔਰ ਸਿਆਸਤਦਾਨਾਂ ਨੂੰ ਇੱਕ ਜਗ੍ਹਾ ਤੇ ਬਿਠਾਇਆ ਜਾਵੇ। ਸੋ ਕੌਮੀ ਪੰਜਾਬੀ ਕਾਨਫਰੰਸ ਅਸੀਂ 2014 ਦੇ ਵਿੱਚ ਕਰਵਾਈ, ਜਿੰਦੇ ਵਿੱਚ ਉਸ ਵੇਲੇ ਕੁਝ ਲੋਕ ਮਤਲਬ 400-500 ਲੋਕਾਂ ਨੇ, ਉਹ ਲੋਕ ਸਨ ਜਿਹੜੇ ਮੇਨ ਪੰਜਾਬੀ ਦੇ ਔਰ ਮੇਨ ਪੋਲੀਟੀਕਲ ਪਾਰਟੀਜ਼ ਦੇ ਲੋਕ ਸਨ। ਫਿਰ ਉਸ ਤੋਂ ਅੱਗੇ ਇਹ ਦੇਖਾ ਕਿ ਜ਼ਬਾਨ ਔਰ ਕਲਚਰ ਜਿਹੜਾ ਹੈ ਇਹ ਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੁੰਦਾ ਹੈ। ਸੋ ਜਿਹੜੇ ਇੱਥੋਂ ਦੇ ਸੀਜ਼ਨਲ ਫੈਸਟੀਵਲ ਸੀ ਜਿਨ੍ਹਾਂ ਨੂੰ ਪੰਜਾਬੀ ਭੁੱਲ ਗਏ ਸੀ, ਜਿਵੇਂ ਵਿਸਾਖੀ ਹੈ, ਲੋਹੜੀ ਹੈ, ਉਹਦਾ ਰਿਵਾਈਵਲ ਕੀਤਾ, ਬਹੁਤ ਵੱਡੇ ਲੈਵਲ ਤੇ ਕੀਤਾ। ਫਿਰ ਸੂਫੀ ਫੈਸਟੀਵਲ ਕਰਵਾਇਆ, ਜਿਵੇਂ ਕਿ ਬੁੱਲੇ ਸ਼ਾਹ ਫੈਸਟੀਵਲ ਅਸੀਂ ਕਰਵਾਇਆ ਕਿ ਬੁੱਲੇ ਸ਼ਾਹ ਦੀ ਜਿਹੜੀ ਹੈ ਮਤਲਬ ਬੁੱਲੇ ਸ਼ਾਹ ਦੀ ਲਾਈਨ ਹੈ, ਜਦੋਂ ਲੋਕਾਂ ਨੂੰ ਸਮਝ ਆਏਗੀ ਤਾਂ ਤਦੇ ਹੀ ਪੰਜਾਬੀ ਵੱਲ ਆਏਗੇ। ਇਸ ਤਰੀਕੇ ਦੇ ਅੱਗੇ ਫਿਰ ਪੰਜਾਬ ਕਲਚਰ ਡੇ ਉਹ ਪੰਜਾਬ ਗਵਰਨਮੈਂਟ ਨੂੰ ਅਸੀਂ ਉਸ ਦਾ ਮਨਵਾਇਆ। ਪੰਜਾਬ ਗਵਰਨਮੈਂਟ ਨੇ ਉਹਦੇ ਤੇ ਉਹ ਇੱਕ ਪੁਆਇੰਟ ਸਾਡਾ ਬਹੁਤ ਅੱਛੇ ਤਰੀਕੇ ਨਾਲ ਮੰਨਾ। ਅਦਾਲਤਾਂ ਦੇ ਵਿੱਚ ਗਏ, ਸੁਪਰੀਮ ਕੋਰਟ ਦੇ ਵਿੱਚ ਗਏ, ਲਾਹੌਰ ਹਾਈ ਕੋਰਟ ਦੇ ਵਿੱਚ ਪੰਜਾਬੀ ਪ੍ਰਚਾਰ ਦੀ ਰਿਟ ਪਟੀਸ਼ਨ ਤੇ ਪੰਜਾਬੀ ਪੜ੍ਹਾਏ ਜਾਣ ਦੇ ਹੱਕ ਦੇ ਵਿੱਚ ਫੈਸਲਾ ਆਇਆ। ਸੋ ਇਹ ਸਾਰਾ ਕੁਝ ਕਰਨ ਦੇ ਨਾਲ ਜਿਹੜੀ ਪਬਲਿਕ ਅਗਰ ਅਸੀਂ ਦੇਖਦੇ ਹਾਂ ਕਿ ਅੱਜ ਤੋਂ 8-10 ਸਾਲ ਪਹਿਲੇ, ਅੱਜ ਤੋਂ 8-10 ਸਾਲ ਪਹਿਲੇ ਜਿਹੜੇ ਇੱਥੋਂ ਦੇ ਨੈਸ਼ਨਲ ਲੈਵਲ ਦੇ ਚੈਨਲ ਉਹਨਾਂ ਦੇ ਵਿੱਚ ਕੋਈ ਪੰਜਾਬੀ ਉਰਦੂ ਬੋਲਦਾ ਉਹਦੇ ਮੂੰਹੋਂ ਕੁਝ ਪੰਜਾਬੀ ਨਿਕਲ ਜਾਂਦੀ ਸੀ ਤਾਂ ਸ਼ਰਮਿੰਦਾ ਹੁੰਦਾ ਸੀ, ਔਰ ਉਹਦਾ ਬਕਾਇਦਾ ਉਹ ਵੀਡੀਓ ਕਲਿੱਪਸ ਬਣਾ ਕੇ ਉਹਦਾ ਮਜ਼ਾਕ ਉਡਾਇਆ ਜਾਂਦਾ ਸੀ। ਅੱਜ ਇਤਨੀ ਕੋ ਥੋੜਾ ਬਹੁਤ ਚੇਂਜ ਆ ਚੁੱਕਾ ਹੈ ਇਸ ਮੂਵਮੈਂਟ ਦਾ ਕਿ ਲੋਕ ਜਾਣ ਕੇ ਪੰਜਾਬੀ ਬੋਲਦੇ ਆ, ਮਜ਼ਾ ਲੈਂਦੇ ਆ ਪੰਜਾਬੀ ਬੋਲ ਕੇ, ਕਿਉਂਕਿ ਉਹਦੇ ਤੇ ਉਹਨਾਂ ਦੀ ਗੱਲ ਜ਼ਿਆਦਾ ਪੱਕੀ ਹੁੰਦੀ, ਜ਼ਿਆਦਾ ਬਿਹਤਰ ਤਰੀਕੇ ਨਾਲ ਸੁਣੀ ਜਾਂਦੀ ਹੈ। ਔਰ ਇੱਕ ਹੋਰ ਜਿਹੜਾ ਇਹਦੇ ਨਾਲ ਸਾਰਾ ਕੁਝ ਕਰਨ ਦਾ ਜਿਹੜਾ ਸਾਨੂੰ ਐਜ ਮਿਲਿਆ ਕਿ ਇਹ ਗੱਲ ਯੂਨੀਵਰਸਿਟੀਜ਼ ਔਰ ਕਾਲਜਸ ਦੇ ਅੰਦਰ ਚਲੀ ਗਈ। ਮਿਸਾਲ ਦੇ ਤੌਰ ਤੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਹੈ, ਸਭ ਤੋਂ ਵੱਡੀ ਉਹਦੀ ਇੱਕ ਆਪਣੀ ਹਿਸਟਰੀ ਹੈ। ਪੰਜਾਬ ਯੂਨੀਵਰਸਿਟੀ ਦੇ ਅੰਦਰ ਪੰਜਾਬੀ ਦਾ ਕਦੀ ਨਾਮ ਹੀ ਨਹੀਂ ਲਿਆ। ਮਤਲਬ ਇੱਥੇ ਜਿਤਨੀਆਂ ਤੁਲਬਾ ਤਨਜ਼ੀਮਾਂ ਬਣਦੀਆਂ ਸੀ, ਸਟੂਡੈਂਟ ਆਰਗੇਨਾਈਜੇਸ਼ਨ ਜਿਤਨੀਆਂ ਬਣਦੀਆਂ ਸੀ, ਉਹ ਬਾਕੀ ਸੂਬਿਆਂ ਦੇ ਲੋਕਾਂ ਦੀ ਬਣਦੀਆਂ ਸੀ। ਹੈ ਪੰਜਾਬ ਧਰਤੀ ਦੀ ਸਭ ਤੋਂ ਵੱਡੀ ਯੂਨੀਵਰਸਿਟੀ। ਪਹਿਲੀ ਵਾਰੀ ਇਹ ਹੋਇਆ ਕਿ ਉਹਦੇ ਅੰਦਰ ਪੰਜਾਬ ਕੌਂਸਲ ਦੀ ਆਈ ਤੋਂ 2 ਸਾਲ ਪਹਿਲੇ ਬੁਨਿਆਦ ਰੱਖੀ ਗਈ। ਹੁਣ ਉਸ ਯੂਨੀਵਰਸਿਟੀ ਦੇ ਅੰਦਰ ਪੰਜਾਬੀ ਮੇਲੇ ਲੱਗਦੇ ਆ, ਪੰਜਾਬੀ ਲੈਂਗੁਏਜ ਦੀ ਗੱਲ ਹੁੰਦੀ ਹੈ। ਸੋ ਖਲਕਤ ਦੇ ਅੰਦਰ ਅਜੇ ਵੀ ਆਮ ਬੰਦਾ ਜਿਹੜਾ ਹੈ ਜਿਸ ਤੱਕ ਇਹ ਮੈਸੇਜ ਨਹੀਂ ਪਹੁੰਚਿਆ ਉਹਦੀ ਦੀ ਉਹੀ ਜ਼ੇਨ ਸਾਜ਼ੀ ਹੈ। ਲੇਕਿਨ ਜਿਹੜਾ ਡਾਇਲੌਗ ਦੇ ਉਸ ਸਿਨੈਰੀਓ ਦੇ ਵਿੱਚ ਆ ਚੁੱਕਿਆ ਹੈ ਉਹ ਥੋੜਾ ਇਸ ਨੂੰ ਮੰਨਣਾ ਸ਼ੁਰੂ ਹੋ ਗਿਆ ਹੈ। ਸੋ ਇਹੀ ਹੁੰਦਾ ਹੈ ਕਿ ਜਿਹੜੀ ਸਦੀਆਂ ਦੀ ਬਰਬਾਦੀ ਹੁੰਦੀ ਹੈ ਉਹਨੂੰ ਠੀਕ ਕਰਨ ਲਈ ਤੁਹਾਨੂੰ ਦਹਾਈਆਂ ਲੱਗਦੀਆਂ। ਸੋ ਅਸੀਂ ਆਉਣ ਵਾਲਾ ਪੰਜਾਬੀ ਦਾ ਫਿਊਚਰ ਜਿਹੜਾ ਹੈ ਉਹ ਬਿਹਤਰ ਦੇਖ ਰਹੇ ਹਾਂ, ਉਹ ਕੋਈ ਬਹੁਤ ਅਜੀਬ ਨਹੀਂ ਦੇ। ਜਿਵੇਂ ਤੁਹਾਡੀ ਅਸੈਂਬਲੀ ਹੈ, ਬਲੋਚਿਸਤਾਨ ਦੀ ਅਸੈਂਬਲੀ ਹੈ, ਫਿਰ ਤੁਹਾਡੇ ਸਿੰਧ ਦੀ ਅਸੈਂਬਲੀ ਹੈ, ਫਿਰ ਤੁਹਾਡੇ ਖੈਬਰ ਪਖਤੂਨ ਦੀ ਅਸੈਂਬਲੀ ਹੈ, ਉੱਥੇ ਵੀ ਇਹ ਭਾਸ਼ਾ ਦਾ ਚੱਕਰ ਹੈਗਾ ਕਿ ਤੁਸੀਂ ਜੇ ਅਸੈਂਬਲੀ ਦੇ ਵਿੱਚ ਜਾ ਕੇ ਬੋਲਣਾ ਤਾਂ ਤੁਹਾਨੂੰ ਪਹਿਲਾਂ ਜਾ ਕੇ ਨੋਟੀਫਾਈ ਕਰਨਾ ਪੈਣਾ ਕਿ ਫਿਰ ਤੁਸੀਂ ਆਪਣੀ ਭਾਸ਼ਾ 'ਚ ਬੋਲ ਸਕਦੇ ਹੋ ਕਿ ਉੱਥੇ ਸਿੱਧਾ ਬੋਲ ਸਕਦੇ ਹੋ? ਨਹੀਂ ਅਮਰਿੰਦਰ ਜੀ, ਐਸੀ ਗੱਲ ਉਹਨਾਂ ਸਟੇਟਸ ਦੇ ਵਿੱਚ ਨਹੀਂ ਹੈ। ਸਿੰਧ ਦੇ ਅੰਦਰ ਜਿਤਨੀ ਸਾਰੀ ਕਾਰਵਾਈ ਹੁੰਦੀ ਹੈ ਉਹ ਸਿੰਧੀ ਦੇ ਵਿੱਚ ਵੀ ਹੁੰਦੀ ਹੈ, ਉਰਦੂ ਦੇ ਵਿੱਚ ਵੀ ਹੁੰਦੀ ਹੈ। ਸੋ ਉਸ ਮੈਂਬਰ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਹੜੀ ਭਾਸ਼ਾ ਯੂਜ਼ ਕਰਨਾ ਚਾਹੁੰਦਾ। ਸੋ ਜ਼ਿਆਦਾ ਜਿਹੜੀ ਸਿੰਧ ਦੀ ਹੈ ਉਸ ਅਸੈਂਬਲੀ ਦੇ ਅੰਦਰ ਉਹ ਸਿੰਧੀ ਹੀ ਬੋਲੀ ਜਾਂਦੀ ਹੈ। ਈਵਨ ਕਿ ਉੱਥੋਂ ਦੇ ਜਿਹੜੇ ਸ਼ਨਾਖਤੀ ਕਾਰਡ ਹਨ, ਆਈਡੈਂਟੀਟੀ ਕਾਰਡ, ਉਹ ਸਿੰਧੀ ਦੇ ਅੰਦਰ ਹੁੰਦੇ ਨੇ। ਔਰ ਉੱਥੋਂ ਦਾ ਸਭ ਤੋਂ ਵੱਡਾ ਜਿਹੜਾ ਮੀਡੀਆ ਹੈ ਉਹ ਸਿੰਧੀ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਅਖਬਾਰ ਜਿਹੜੇ ਨਿਕਲਦੇ ਆ ਉਹ ਸਿੰਧੀ ਦੇ ਵਿੱਚ ਹੈ, ਸਿੰਧੀ ਦੇ ਚੈਨਲ ਆ, ਔਰ ਇਸੇ ਤਰੀਕੇ ਨਾਲ ਪਸ਼ਤੋ ਦੇ ਚੈਨਲ ਆ, ਔਰ ਉਹਨਾਂ ਦੀ ਅਸੈਂਬਲੀ ਦੇ ਅੰਦਰ ਵੀ ਪਸ਼ਤੋ ਬੋਲਣ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਹੈ। ਬਲੋਚਿਸਤਾਨ ਦੇ ਅੰਦਰ ਬਲੋਚੀ ਬਰਾਵੀ ਬੋਲਣ ਤੇ ਕੋਈ ਪਾਬੰਦੀ ਨਹੀਂ ਹੈ। ਇਹ ਸਾਰੀਆਂ ਪਾਬੰਦੀਆਂ ਇੱਕ ਖਾਸ ਸੋਚ ਦੇ ਤਹਿਤ ਪੰਜਾਬ ਦੇ ਅੰਦਰ ਹੀ ਲਾਈਆਂ ਗਈਆਂ, ਕਿਉਂਕਿ ਮਕਸਦ ਇਹ ਸੀ ਕਿ ਅਗਰ ਪਾਕਿਸਤਾਨ ਤੇ ਰੂਲ ਕਰਨਾ ਹੈ ਤੇ ਪੰਜਾਬ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਓ, ਕਿਉਂਕਿ ਵੱਡੀ ਸਟੇਟ ਇਹ ਹੈ। ਇਹਨੂੰ ਤੁਸੀਂ ਕਦੇ ਪੰਜਾਬੀਆਂ ਨੂੰ ਡਰਾ ਦਿਓ ਕਿ ਅਸੀਂ ਇਹਨੂੰ ਵੰਡ ਦੇਵਾਂਗੇ, ਕਦੀ ਕਿਸੇ ਹੋਰ ਬਹਾਨੇ ਡਰਾ ਦਿਓ ਕਿ ਪਾਕਿਸਤਾਨ ਟੁੱਟ ਜਾਏਗਾ ਅਗਰ ਪੰਜਾਬੀ ਦੀ ਗੱਲ ਹੋਏਗੀ ਤੇ। ਸੋ ਇਹ ਸਾਰੇ ਮਸਲੇ ਪੰਜਾਬ ਦੇ ਅੰਦਰ ਹੀ ਹੈ, ਬਾਕੀ ਸਟੇਟਸ ਦੇ ਅੰਦਰ ਤੋਂ ਆਪਣੀ ਆਇਡੈਂਟੀਟੀਜ਼ ਦੇ ਨਾਲ ਜੀ ਰਹੇ, ਉੱਥੇ ਕੋਈ ਮਸਲਾ ਨਹੀਂ ਹੈ। ਮਸਲਾ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ। ਜੀ ਇੱਕ ਗੱਲ ਹੋਰ ਹੈ ਕਿ ਤੁਸੀਂ ਹੁਣ
ਆਪਣੀ ਜਿਹੜਾ ਇਹ ਪ੍ਰੋਗਰਾਮਸ ਕਰ ਰਹੇ ਹੋ, ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਲੋਕਾਂ ਦੇ ਵਿੱਚ ਜਾ ਰਹੇ ਹੋ, ਲੋਕਾਂ ਦਾ ਤੁਸੀਂ ਵਿਵਹਾਰ ਵੀ ਦੱਸਿਆ ਕਿ ਕਿਵੇਂ ਦਾ ਹੈ, ਤੇ ਤੁਸੀਂ ਇਹ ਤੋਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਉਲੀਕਦੇ ਹੋ, ਕਿ ਭਵਿੱਖ ਕਿਵੇਂ ਦਾ ਦੇਖਦੇ ਹੋ, ਤੇ ਤੁਹਾਡੀਆਂ ਆਪਣੀਆਂ ਸੰਸਥਾ ਦੀਆਂ ਪੋਲੀਟੀਕਲੀ ਜਾਂ ਸਮਾਜਿਕ ਤੌਰ ਤੇ ਕੀ ਤੁਹਾਡੀਆਂ ਯੋਜਨਾਵਾਂ ਨੇ ਕਿ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਚਾਹੁੰਦੇ ਹੋ? ਦੇਖੋ, ਅਸੀਂ ਤੇ ਜਿਹੜੇ ਏਜੰਡਾ ਹੈ ਨਾ, ਮੇਨ ਏਜੰਡਾ ਤੇ ਸਾਡਾ ਇੱਕ ਹੀ ਹੈ ਕਿ ਜੀ ਪੰਜਾਬੀ ਨੂੰ ਜਿਹੜਾ ਇੱਥੋਂ ਦਾ ਨਿਸਾਬ ਹੈ ਉਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਕਿਉਂਕਿ ਜਦੋਂ ਤੱਕ ਬੇਸਿਕ ਐਜੂਕੇਸ਼ਨ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਦੁਨੀਆ ਜਹਾਨ ਦਾ ਅਸੂਲ ਹੈ। ਅਸੀਂ ਅਗਰ ਗੱਲ ਕਰੀਏ ਯੂਨੈਸਕੋ ਦੀ, ਤੇ ਯੂਨੈਸਕੋ ਦੀ ਰੈਜ਼ੋਲੂਸ਼ਨ ਵਾਜ਼ੇ ਰੈਜ਼ੋਲੂਸ਼ਨਸ ਹਨ, ਮਤਲਬ ਖੁੱਲੀਆਂ ਰੈਜ਼ੋਲੂਸ਼ਨਸ ਹਨ ਕਿ ਤੁਸੀਂ ਬੱਚੇ ਨੂੰ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹ ਪੰਜਾਬੀ ਦੇ ਵਿੱਚ ਦਿਓ। ਪੰਜਾਬੀ ਦੇ ਨਾਲ ਮਤਲਬ ਜਿਹੜੀ ਉਸਦੀ ਮਦਰ ਭਾਸ਼ਾ ਹੈ, ਜਿਹੜੀ ਉਹਦੀ ਮਦਰ ਟੰਗ ਹੈ, ਉਸ ਦੇ ਵਿੱਚ ਦਿਓ। ਲੇਕਿਨ ਅਸੀਂ ਪੰਜਾਬੀ ਤੇ ਜੀ ਅਸੀਂ ਪੰਜਾਬੀ ਤੇ ਇਸ ਤੋਂ ਵੀ ਪਿੱਛੇ ਆਏ ਹੋਏ ਹਾਂ। ਅਸੀਂ ਤੇ ਕਹਿੰਦੇ ਹਾਂ ਕਿ ਚਲੋ ਉਹ ਸਟੇਟ ਲਈ ਬੜਾ ਔਖਾ ਕੰਮ ਹੈ ਕਿ ਉਹ ਉਰਦੂ ਦੀ ਜਗ੍ਹਾ ਤੇ ਸਾਰਾ ਕੁਝ ਪੰਜਾਬੀ ਦੇ ਵਿੱਚ ਕਰੇ, ਲੇਕਿਨ ਐਟਲੀਸਟ ਪੰਜਾਬੀ ਨੂੰ ਤੁਸੀਂ ਇੱਕ ਲੈਂਗੁਏਜ ਦੇ ਤੌਰ ਤੇ ਪੜ੍ਹਾ ਦਿਓ। ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਮਜ਼ਮੂਨ ਦੇ ਤੌਰ ਤੇ ਇਹਦੇ ਵਿੱਚ ਪੜ੍ਹਾਇਆ ਜਾਵੇ ਤਾਂ ਕਿ ਇੱਥੋਂ ਦਾ ਬੱਚਾ ਆਪਣੀ ਧਰਤੀ ਦੇ ਬਾਰੇ, ਆਪਣੇ ਪੰਜਾਬ ਦੇ ਬਾਰੇ ਉਹ ਕੁਝ ਪੜ੍ਹ ਸਕੇ। ਦੂਸਰਾ, ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਪੰਜਾਬ ਅਸੈਂਬਲੀ ਦੇ ਵਿੱਚ ਪੰਜਾਬੀ ਤੇ ਇਤਨੀ ਪਾਬੰਦੀ ਨਾ ਲਾਈ ਜਾਵੇ ਕਿ ਕੋਈ ਅਗਰ ਬੰਦਾ ਬੋਲਣਾ ਚਾਹੁੰਦਾ ਹੈ ਤੇ ਆਪਣੀ ਮਰਜ਼ੀ ਨਾਲ ਬੋਲੇ। ਜਿਵੇਂ ਸੈਯਦ ਹਸਨ ਮੁਰਤਜ਼ਾ ਸਾਡੇ ਇੱਥੋਂ ਦਾ ਇੱਕ ਡਿਸਟ੍ਰਿਕਟ ਚਨੇਓਟ ਹੈ, ਉੱਥੋਂ ਦੇ ਹਨ ਪਾਰਲੀਮੈਂਟੇਰੀਅਨ ਐਂਡ ਰਿਪਰੈਜ਼ੈਂਟੇਟਿਵ ਇਨ ਪੀਪਲਜ਼ ਪਾਰਟੀ ਦੇ, ਉਹ ਬੋਲਦੇ ਆ ਪੰਜਾਬੀ ਦੇ ਵਿੱਚ ਬੋਲਦੇ ਆ। ਉਹਨਾਂ ਦੀ ਦੇਖਾ ਦੇਖੀ 2-3 ਹੋਰ ਲੋਕ ਪੰਜਾਬੀ ਬੋਲਦੇ ਆ, ਲੇਕਿਨ ਉਹ ਪਰਮਿਸ਼ਨ ਲੈ ਕੇ ਬੋਲਦੇ ਆ। ਉਹਨਾਂ ਤੇ ਪਾਬੰਦੀ ਨਾ ਲਾਈ ਜਾਵੇ, ਉਹਨਾਂ ਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਜਿਸ ਭਾਸ਼ਾ 'ਚ ਗੱਲ ਕਰਨਾ ਚਾਹੁੰਦੇ ਹੋ ਇਹ ਪਾਬੰਦੀ ਚੁੱਕ ਲਈ ਜਾਵੇ। ਸੇਮ ਇਹੀ ਹੈ ਕਿ ਅਦਾਲਤਾਂ ਦੇ ਵਿੱਚ ਜਦੋਂ ਕੋਈ ਸਾਇਲ, ਮਿਸਾਲ ਦੇ ਤੌਰ ਤੇ ਕੋਈ ਮੇਰਾ ਕੇਸ ਹੈ ਤੇ ਮੈਂ ਉਰਦੂ ਔਰ ਇੰਗਲਿਸ਼ ਨਹੀਂ ਬੋਲ ਸਕਦਾ, ਤੇ ਮੈਨੂੰ ਇਤਨੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਮੈਂ ਆਪਣੀ ਜ਼ਬਾਨ ਦੇ ਵਿੱਚ ਆਪਣਾ ਮਸਲਾ ਦੱਸ ਸਕਾਂ। ਇਹ ਉਹੀ ਹੈ ਕਿ ਜਿਵੇਂ ਕੋਈ ਸਾਡੇ ਪਿੰਡਾਂ ਦੀਆਂ ਮਾਵਾਂ, ਦਾਦੀਆਂ, ਨਾਨੀਆਂ, ਉਹ ਕਿਸੇ ਡਾਕਟਰ ਕੋਲ ਜਾਣ ਤੇ ਡਾਕਟਰ ਉਹਨਾਂ ਨੂੰ ਕਹੇ ਕਿ ਮੈਨੂੰ ਤਾਂ ਸਿਰਫ ਇੰਗਲਿਸ਼ ਸਮਝ ਆਉਂਦੀ, ਤੁਸੀਂ ਇੰਗਲਿਸ਼ 'ਚ ਗੱਲ ਕਰੋ। ਸੋ ਉਹਦੇ ਦੁੱਖ ਦਰਦ ਜਿਹੜੇ ਆ ਉਹ ਆਪਣੀ ਜ਼ਬਾਨ ਦੇ ਵਿੱਚ ਹੀ ਉਹ ਬਿਹਤਰ ਦੱਸ ਸਕੇਗਾ, ਕਿਸੇ ਹੋਰ ਜ਼ਬਾਨ ਦੇ ਵਿੱਚ ਉਹ ਆਪਣੀ ਬਿਮਾਰੀ ਵੀ ਨਹੀਂ ਦੱਸ ਸਕਦਾ। ਅਸੀਂ ਤੇ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀ ਬੇਸਿਕ ਨੀਡਸ ਦੇ ਤੌਰ ਤੇ ਬੋਲੀ ਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ, ਇਹਨੂੰ ਪਹਿਲੇ ਸਟੈਪ ਤੇ ਤੁਸੀਂ ਉਹ ਤੇ ਮੰਨੋ। ਹੋਰ ਸਾਡੀਆਂ ਲੰਬੀਆਂ ਚੌੜੀਆਂ ਅਸੀਂ ਨਹੀਂ, ਨਾ ਅਸੀਂ ਕੋਈ ਪੰਜਾਬਿਸਤਾਨ ਬਣਾਉਣਾ ਚਾਹੁੰਦੇ ਹਾਂ, ਨਾ ਅਸੀਂ ਗ੍ਰੇਟਰ ਪੰਜਾਬ ਦਾ ਨਾਰਾ ਲਾਉਂਦੇ ਆ, ਕੁਛ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇਹਦੇ 'ਚ ਐਕਸੈਪਟੈਂਸ ਦੇ ਦਿੱਤੀ ਜਾਵੇ ਕਿ ਪੰਜਾਬ ਧਰਤੀ ਦੇ ਲੋਕਾਂ ਦਾ ਇਹ ਰਾਈਟਸ ਹੈ, ਉਹਨਾਂ ਦੀ ਬੋਲੀ, ਉਹਨਾਂ ਦਾ ਕਲਚਰ, ਉਹਨਾਂ ਦੀ ਆਇਡੈਂਟੀਟੀ, ਜਿਵੇਂ ਦੁਨੀਆ ਜਹਾਨ ਦੀਆਂ ਕੌਮਾਂ ਦਾ ਰਾਈਟਸ ਹੈ, ਇਹ ਪੰਜਾਬੀਆਂ ਦਾ ਵੀ ਰਾਈਟਸ, ਇਹੀ ਅਸੀਂ ਚਾਹੁੰਦੇ। ਜੀ ਤੁਸੀਂ ਬਹੁਤ ਵਧੀਆ ਯੋਜਨਾ ਵੀ ਦੱਸੀ ਆਪਣੀ ਭਵਿੱਖ ਦੀ। ਦੇਖੋ, ਪੰਜਾਬੀ ਜਿਹੜੀ ਇੱਕ ਬਹੁਤ ਵੱਡੀ ਭਾਸ਼ਾ ਹੈ, ਪੰਜਾਬੀ ਦੁਨੀਆ ਦੇ 6-7 ਜਿਹੜੇ ਨੰਬਰ ਜਿਹੜੇ ਪਹਿਲੇ ਆਉਂਦੇ ਉਹਨਾਂ ਦੇ ਵਿੱਚ ਹੈ। ਜਦੋਂ ਹੁਣ ਤੁਸੀਂ ਲੋਕਾਂ ਦੇ ਵਿੱਚ ਵੀ ਵਿਚਰਦੇ ਹੋ, ਲੋਕਾਂ ਦਾ ਵੀ ਵਿਵਹਾਰ ਦੇਖਦੇ ਹੋ, ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਪੋਲੀਟੀਕਲ ਵਾਲੇ ਪਾਸੇ ਜਾਣ ਦਾ ਤੁਸੀਂ ਕਦੋਂ ਸੋਚਿਆ, ਕਿ ਇੱਕ ਪੋਲੀਟੀਕਲ ਪਾਰਟੀ ਬਣਾਉਣ ਦਾ ਕਿਉਂ ਸੋਚਿਆ? ਤੇ ਦੇਖੋ ਅਮਰਿੰਦਰ ਜੀ, ਸ਼ੁਰੂ ਤੋਂ ਜਦੋਂ ਅਸੀਂ ਸਟਾਰਟ ਕੀਤਾ ਸੀ ਨਾ, ਤੇ ਉਦੋਂ ਸਾਡਾ ਇਹੀ ਜ਼ੇਨ ਸੀ ਕਿ ਅਸੀਂ ਲਿਟਰੇਰੀ ਲੋਕਾਂ ਦੇ ਨਾਲ ਮਤਲਬ ਜਿਤਨੇ ਸ਼ਾਇਰ ਅਦੀਬ ਹਨ ਉਹਨਾਂ ਦੇ ਨਾਲ ਮਿਲ ਕੇ ਮੂਵਮੈਂਟ ਚਲਾਈਏ, ਤਾਂ ਕਿ ਇਹ ਜਿਹੜਾ ਕੁਐਸਚਨ ਹੈ ਇਹ ਆਮ ਪਬਲਿਕ ਦੇ ਵਿੱਚ ਲਿਟਰੇਚਰ ਰਾਹੀਂ ਸਮਝਾਇਆ ਜਾਵੇ। ਲੇਕਿਨ ਅਸੀਂ ਜਦੋਂ ਦੇਖਦੇ ਹਾਂ ਕਿ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਹਨ ਪਾਕਿਸਤਾਨ ਦੀਆਂ, ਉਹਨਾਂ ਦੇ ਤੇ ਏਜੰਡੇ ਤੇ ਹੈ ਹੀ ਨਹੀਂ। ਪੋਲੀਟੀਕਲ ਪਾਰਟੀ ਦੇਖੋ, ਅਗਰ ਕੋਈ ਅਮਰਿੰਦਰ ਗਿੱਲ ਉਹਨਾਂ ਨੂੰ ਮਸਲਾ ਹੈ, ਸੌਰੀ ਅਮਰਿੰਦਰ ਸਿੰਘ ਉਹਨਾਂ ਨੂੰ ਕੋਈ ਮਸਲਾ ਹੈ, ਤੇ ਅਮਰਿੰਦਰ ਸਿੰਘ ਉਹਨਾਂ ਦੀ ਇਕੱਲੇ ਦੀ ਗੱਲ ਤਾਂ ਨਹੀਂ ਸੁਣੀ ਜਾਏਗੀ ਨਾ। ਅਗਰ ਕੋਈ ਅਵਾਮੀ ਇਸ਼ੂ ਹੈ, ਕੋਈ ਅਵਾਮੀ ਮਸਲਾ ਹੈ, ਉਹਦੇ ਨਾਲ ਆਵਾਮ ਖੜੀ ਹੋਏਗੀ ਤਾਂ ਫਿਰ ਹੀ ਸੁਣੀ ਜਾਏਗੀ ਨਾ। ਦੇਖੋ, ਸਿਆਸਤ ਕੀ ਹੈ? ਸਿਆਸਤ ਇਹ ਹੈ ਕਿ ਜਿਸ ਸਾਈਡ ਤੇ, ਜਿਸ ਪਲੜੇ ਦੇ ਵਿੱਚ ਜ਼ਿਆਦਾ ਲੋਕਾਂ ਦੀ ਰਾਏ ਹੈ ਉਹ ਮੰਨੀ ਜਾਏਗੀ, ਔਰ ਇਹੀ ਡੈਮੋਕ੍ਰੇਸੀ ਹੈ। ਸੋ ਪੰਜਾਬੀ ਦਾ ਜਿਹੜਾ ਮਸਲਾ ਸੀ ਉਹ ਸਿਆਸਤ ਤੋਂ ਬਿਲਕੁਲ ਕੱਟਿਆ ਹੋਇਆ ਸੀ। ਅਸੀਂ ਇਹ ਸੋਚਿਆ ਕਿ ਜਦੋਂ ਤੱਕ ਇਹਨੂੰ ਪੋਲੀਟੀਕਲ ਕੁਐਸਚਨ ਨਹੀਂ ਬਣਾਇਆ ਜਾਂਦਾ, ਕਿਉਂਕਿ ਹੈ ਹੀ ਪੋਲੀਟੀਕਲ ਕੁਐਸਚਨ, ਇਹ ਲਿਟਰੇਰੀ ਕੁਐਸਚਨ ਨਹੀਂ ਹੈ। ਮੈਂ ਅਕਸਰ ਕਹਿੰਦਾ ਉਹਨਾਂ ਆਪਣੀ ਸਪੀਚਸ ਦੇ ਵਿੱਚ ਕਿ ਅੱਜ ਪੰਜਾਬੀ ਦੇ ਅੰਦਰ ਪੰਜਾਬੀ ਪੋਇਟਰੀ ਹੋਣੀ ਬੰਦ ਕਰ ਦਿਓ, ਤੇ ਪੰਜਾਬੀ ਦੇ ਕੋਲ ਤਾਂ ਇਤਨੀ ਰਿਚ ਪੋਇਟਰੀ ਹੈ ਕਿ ਆਲਰੇਡੀ ਮੌਜੂਦ ਹੈ। ਸੂਫੀਆਂ ਗੁਰੂਆਂ ਦੀ ਪੋਇਟਰੀ ਇਸ ਲੈਵਲ ਦੀ ਹੈ ਕਿ ਉਹਨੂੰ ਤੁਸੀਂ ਪੜ੍ਹਾਉਂਦੇ ਜਾਓ, ਉਹ ਮੁੱਕਣ ਦੇ ਵਿੱਚ ਨਹੀਂ ਆਉਂਦੀ, ਨਿਸਾਬ ਤਰਤੀਬ ਦਿੱਤੀ ਜਾਓ। ਮਸਲਾ ਕੀ ਹੈ? ਮਸਲਾ ਇਹ ਹੈ ਕਿ ਪੋਲੀਟੀਕਲ ਲੋਕ ਇਸ ਨੂੰ ਐਕਸੈਪਟ ਨਹੀਂ ਕਰ ਰਹੇ, ਔਰ ਜਿਸ ਚੀਜ਼ ਨੂੰ ਪੋਲੀਟੀਕਲ ਲੋਕ ਡਿਸਕਸ ਨਹੀਂ ਕਰਨਗੇ
ਉਸ ਨੂੰ ਜਿਹੜੀ ਇੱਕ ਪਿੱਛੇ ਪੋਲੀਟੀਕਲ ਪਾਰਟੀਆਂ ਦੇ ਇੱਕ ਪਿੱਛੇ ਵੱਡੀ ਪਾਵਰ ਬੈਠੀ ਹੁੰਦੀ ਹੈ, ਜਿਹੜੀ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਹੈ, ਭਲੇ ਉਹਦੀ ਤਾਕਤ ਦੇ ਫੇਜ਼ਸ ਉਹ ਬਦਲਦੇ ਜਾਂਦੇ ਨੇ, ਸਟੈਬਲਿਸ਼ਮੈਂਟ ਜਿਹੜੀ ਬੈਠੀ ਹੁੰਦੀ ਹੈ ਉਹਨਾਂ ਤੇ ਉਹ ਸੋਚਦੀ ਨਹੀਂ। 4 ਪੋਲੀਟੀਕਲ ਪਾਰਟੀਆਂ ਵੱਡੀਆਂ ਪਾਕਿਸਤਾਨ ਦੇ ਵਿੱਚ ਹਨ। 4 ਪੋਲੀਟੀਕਲ ਪਾਰਟੀਆਂ ਦੇ ਵਿੱਚੋਂ 2 ਪੋਲੀਟੀਕਲ ਪਾਰਟੀਆਂ ਜਿਸ ਏਜੰਡੇ ਤੇ ਗੱਲ ਕਰ ਰਹੀਆਂ ਹੋਣਗੀਆਂ, ਸਟੈਬਲਿਸ਼ਮੈਂਟ ਉਸ ਤੇ ਸੋਚੇਗੀ, ਜਿਹੜੀਆਂ ਦੂਸਰੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਹਨ ਉਹ ਵੀ ਸੋਚਣਗੀਆਂ। ਸੋ ਜਦੋਂ ਤੱਕ ਤੁਸੀਂ ਪੋਲੀਟੀਕਲ ਕੁਐਸਚਨ ਬਣਾਓਗੇ ਨਹੀਂ, ਉਦੋਂ ਤੱਕ ਪੰਜਾਬੀ ਦਾ ਭਲਾ ਨਹੀਂ ਹੋ ਸਕਦਾ। ਇਹ ਲਿਟਰੇਰੀ ਜੰਗ ਤੇ ਹੈ ਹੀ ਨਹੀਂ, ਇਹ ਪੋਇਟਰੀ ਦੀ ਜੰਗ ਤੇ ਹੈ ਹੀ ਨਹੀਂ, ਇਹ ਤੇ ਇੱਥੋਂ ਦੇ ਇਨਸਾਨੀ ਹੱਕਾਂ ਦੀ ਗੱਲ ਹੈ। ਸੋ ਇਨਸਾਨੀ ਹੱਕ ਜਿਹੜੇ ਆ ਉਹ ਸਿਆਸਤਾਂ ਹੀ ਛੀਨਦੀਆਂ ਹਨ ਔਰ ਸਿਆਸਤਾਂ ਹੀ ਤੁਹਾਨੂੰ ਵਾਪਸ ਲੈ ਕੇ ਦੇਦੀਆਂ। ਸੋ ਇਹ ਪੋਲੀਟੀਕਲ ਪਾਰਟੀ ਦਾ ਬਣਾਉਣਾ, ਜਿਹੜੀ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਹੈ, ਉਹਦਾ ਪਿੱਛੇ ਵੀ ਇਹੀ ਏਜੰਡਾ ਹੈ। ਔਰ ਜਿਹੜੀ ਸਾਡੀ ਪੰਜਾਬੀ ਪ੍ਰਚਾਰ ਤਨਜ਼ੀਮ 2013 ਦੇ ਵਿੱਚ ਅਸੀਂ ਬਣਾਈ ਸੀ, ਉਸ ਦਾ ਵੀ ਇਹੀ ਏਜੰਡਾ ਹੈ ਕਿ ਇਹ ਮਸਲੇ ਸਿਆਸੀ ਹਨ। ਅਗਰ ਅਸੀਂ ਸਿਆਸਤ ਦੇ ਵਿੱਚ ਨਹੀਂ ਆਵਾਂਗੇ ਤੇ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ। ਅਸੀਂ ਫਿਰ ਇਹ ਹੈ ਕਿ ਕਿਸੇ ਇੱਕ ਸ਼ਾਇਰ ਜਾਂ ਅਦੀਬ ਦੇ ਨਾਲ ਅਸੀਂ ਕੋਈ ਸ਼ਾਮ ਰੱਖ ਦਿਆਂਗੇ, ਉਹਦੀ ਸ਼ਾਇਰੀ ਸੁਣ ਲਵਾਂਗੇ, ਕਿਸੇ ਤੋਂ ਅਸੀਂ ਸ਼ਾਰਟ ਸਟੋਰੀ ਸੁਣ ਲਵਾਂਗੇ, ਕਿਸੇ ਦੀ ਅਸੀਂ ਬੁੱਕ ਪਬਲਿਸ਼ ਕਰ ਦਿਆਂਗੇ। ਲੇਕਿਨ ਜਿਹੜਾ ਵੱਡਾ ਮਸਲਾ ਪੰਜਾਬ ਦਾ ਹੈ, ਇਹ ਇਸੇ ਤਰੀਕੇ ਹੀ ਦਿਨ ਬ ਦਿਨ ਉਹ ਹੋਰ ਵੱਡਾ ਗੰਭੀਰ ਮਸਲਾ ਬਣਦਾ ਜਾਏਗਾ। ਔਰ ਅਗਰ ਉਸ ਨੂੰ ਸੁਲਝਾਇਆ ਨਹੀਂ ਜਾਏਗਾ ਤੇ ਇਹ ਆਉਣ ਵਾਲਾ ਜਿਹੜਾ ਵੇਲਾ ਹੈ, ਜਿਹੜੀ ਅੱਜ ਦੀ ਨਸਲ ਅੱਗੇ ਆ ਰਹੀ ਹੈ, ਉਹ ਤਾਂ ਪੰਜਾਬੀ ਤੋਂ ਬਹੁਤ ਦੂਰ ਹੋ ਰਹੀ ਹੈ। ਸੋ ਪੰਜਾਬੀ ਦੇ ਨੇੜੇ ਲਿਆਉਣ ਲਈ ਤੁਹਾਨੂੰ ਪੋਲੀਟੀਕਲ ਪਲੇਟਫਾਰਮ ਜਿਹੜਾ ਹੈ ਉਹ ਲਾਜ਼ਮੀ ਬਣਾਉਣਾ ਹੋਵੇਗਾ। ਇਸ ਸੋਚ ਦੇ ਤਹਿਤ ਬਣਾਇਆ ਜੀ ਜੀ। ਅੱਛਾ, ਇੱਕ ਸਕੋਲਰ ਨੇ, ਤੁਸੀਂ ਵੀ ਜਾਣਦੇ ਹੋ, ਇਸ਼ਤਿਆਕ ਅਹਿਮਦ ਸਾਹਿਬ, ਉਹਨਾਂ ਨਾਲ ਵੀ ਮੇਰੀ ਇੱਕ ਵਾਰ ਗੱਲ ਹੋਈ ਸੀਗੀ ਤੇ ਉਹਨਾਂ ਨੇ ਆਖਿਆ ਸੀ ਕਿ ਜਿਹੜੀ ਪੰਜਾਬ ਦਾ ਇਹ ਵਾਲਾ ਖਿੱਤਾ ਹੈ, ਉੱਥੇ ਕਦੇ ਵੀ ਪੰਜਾਬੀ ਅਫੀਸ਼ੀਅਲ ਲੈਂਗੁਏਜ ਨਹੀਂ ਰਹੀ। ਇਹ ਕਦੇ ਫਾਰਸੀ ਰਹੀ ਹੈ, ਭਾਵੇਂ ਕਿ ਸਿੱਖ ਰਾਜ ਵੀ ਰਿਹਾ ਉਸ ਵਿੱਚ ਵੀ ਫਾਰਸੀ ਹੀ ਰਹੀ ਹੈ। ਉਸ ਤੋਂ ਬਾਅਦ ਅੰਗਰੇਜ਼ ਆਏ, ਉਹਦੇ ਵੇਲੇ ਵੀ ਫਾਰਸੀ ਰਹੀ ਹੈ। ਪਹਿਲਾਂ ਮੁਗਲ ਦੇ ਵਿੱਚ ਵੀ ਪੰਜਾਬੀ ਨਹੀਂ ਸੀ। ਇਸ ਕਰਕੇ ਉਸ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣਾ, ਅਫੀਸ਼ੀਅਲ ਭਾਸ਼ਾ ਬਣਾਉਣਾ ਥੋੜਾ ਜਿਹਾ ਖਿਆਲੀ ਹੈ। ਤੁਸੀਂ ਇਸ ਗੱਲ ਦਾ ਆਨਸਰ ਦੇਣਾ ਚਾਹੁੰਦੇ ਹੋ? ਜੀ, ਮੈਂ ਬਿਲਕੁਲ ਇਹਦੇ ਤੇ ਗੱਲ ਕਰਨਾ ਚਾਹਾਂਗਾ। ਇਸ਼ਤਿਆਕ ਸਾਹਿਬ ਮੇਰੇ ਦੋਸਤ ਹਨ, ਬਹੁਤ ਅੱਛੇ ਦੋਸਤ ਹਨ, ਔਰ ਅਕਸਰ ਡਿਬੇਟਸ ਇਹਨਾਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਜੀ। ਮੇਰੇ ਉਸਤਾਦਾਂ ਦਾ ਦਰਜਾ ਰੱਖਦੇ ਹਨ। ਲੇਕਿਨ ਮੈਂ ਥੋੜਾ ਜਿਹਾ ਕਿਤੇ ਨਾ ਜੀ, ਬਿਲਕੁਲ ਸਕਾਲਰ ਨੇ ਜੀ। 100% ਐਗਰੀ ਨਹੀਂ ਕਰਦਾ ਜੀ, ਮੈਂ 100% ਐਗਰੀ ਨਹੀਂ ਕਰਦਾ। ਹਰ ਬੰਦੇ ਦਾ ਆਪਣਾ ਇੱਕ ਵਿਊ ਪੁਆਇੰਟ ਹੁੰਦਾ। ਮੈਂ ਉਹਨਾਂ ਦੇ 99% ਚੀਜ਼ਾਂ ਮੈਂ ਉਹ ਮੰਨਦਾ ਹੁੰਦਾ, 1% ਤੇ ਆ ਕੇ ਮੈਂ ਚੀਜ਼ ਨਹੀਂ ਮੰਨਦਾ। ਮਿਸਾਲ ਦੇ ਤੌਰ ਤੇ ਜਦੋਂ ਮੇਰੇ ਉਸਤਾਦ ਮੁਹਤਰਮ ਭਗਤ ਸਿੰਘ ਨੂੰ ਕਿਸੇ ਹੋਰ ਲਾਈਨ ਦੇ ਤਹਿਤ ਸੋਚਣਗੇ ਤੇ ਮੈਂ ਨਹੀਂ ਮੰਨਾਂਗਾ, ਮੈਂ ਉਸ ਨੂੰ ਧਰਤੀ ਦਾ ਹੀਰੋ ਮੰਨਾਂਗਾ। ਔਰ ਉਸ ਵੇਲੇ ਦੇ ਜੋ ਪੋਲੀਟੀਕਲ ਹਾਲਾਤ ਸੀ, ਉਹਦੇ ਅਗਰ ਭਗਤ ਸਿੰਘ ਨਾ ਆਉਂਦਾ ਤੇ ਇਹ ਲਹਿਰਾਂ ਜਿਹੜੀਆਂ ਚੱਲ ਰਹੀਆਂ ਸੀ, ਜਿਸ ਤਰੀਕੇ ਨਾਲ ਗਾਂਧੀ ਸਾਹਿਬ ਚਲਾ ਰਹੇ ਸਨ ਜਾਂ ਜਿਨਾਹ ਸਾਹਿਬ ਚਲਾ ਰਹੇ ਸਨ, ਤੇ ਜਿਹੜਾ ਗੋਰਾ ਸੀ ਉਹਦੀ ਇੱਥੇ ਹਕੂਮਤ ਅਗਲੇ 100 ਸਾਲ ਹੋਰ ਵੀ ਰਹਿਣੀ ਸੀ। ਸੋ ਇਹ ਉਹਨਾਂ ਜਵਾਨਾਂ ਦੀ ਹੀ ਦੇਣ ਹੈ। ਫਿਰ ਜਿਹੜੇ ਗਦਰੀ ਮੂਵਮੈਂਟ ਨਾਲ ਜੁੜੇ ਹੋਏ ਸੀ ਲੋਕ, ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਇਹ ਧਰਤੀ ਸਾਡੀ ਹੈ, ਤੁਹਾਡਾ ਇੱਥੇ ਕੱਖ ਨਹੀਂ ਰਹਿਣ ਦੇਣਾ ਸੀ। ਸੋ ਬਾਜ਼ ਔਕਾਤ ਤੁਹਾਨੂੰ ਇਹ ਕੁਝ ਕਰਨਾ ਪੈਂਦਾ ਹੈ, ਅਦਰਵਾਈਜ਼ ਤੁਹਾਡੀ ਗੱਲ ਕੋਈ ਨਹੀਂ ਮੰਨਦਾ। ਸੋ ਜਿਹੜਾ ਇਹ ਪੰਜਾਬੀ ਦੀ ਤੁਹਾਡੀ ਗੱਲ ਹੈ, ਦੇਖੋ ਇਹ ਚੀਜ਼ਾਂ ਰਾਜ ਨਾਲ ਜੁੜੀਆਂ ਹੀ ਹੁੰਦੀਆਂ। ਪੰਜਾਬੀਆਂ ਦਾ ਆਪਣਾ ਰਾਜ ਹੈ, ਜਿਹਦੀ ਹਜ਼ਾਰਾਂ ਸਾਲਾਂ ਦੀ ਹਿਸਟਰੀ ਹੈ। ਕਦੋਂ ਰਹੀ ਹੈ? ਇੱਕ ਤੇ ਰਾਜਾ ਪੋਰਸ ਦੇ ਦੌਰ ਦੇ ਵਿੱਚ ਰਿਹਾ ਵਾ। ਰਾਜਾ ਪੋਰਸ ਇੱਥੋਂ ਦਾ, ਲੇਕਿਨ ਉਹ ਇੱਕ ਮਖਸੂਸ ਇਲਾਕੇ ਦਾ ਸੀ। ਅਗਰ ਅਸੀਂ ਅੱਜ ਦੇ ਲਹਿੰਦੇ ਪੰਜਾਬ ਦੀ ਵੀ ਗੱਲ ਕਰੀਏ ਤੇ ਉਹ ਕੋਈ 10ਵਾਂ ਜਾਂ 12 ਪੋਰਸ਼ਨ ਕਰੀਏ ਪੰਜਾਬ ਦੇ, ਉਹਦੇ ਚੋਂ ਇੱਕ ਪੋਰਸ਼ਨ ਦਾ ਉਹ ਰਾਜਾ ਸੀ, ਜਿਹੜਾ ਆਪਣੀ ਧਰਤੀ ਲਈ ਲੜਾ ਔਰ ਸਾਡਾ ਅੱਜ ਵੀ ਉਹ ਫਖਰ ਹੈ, ਸਾਡਾ ਹੀਰੋ ਹੈ। ਉਸ ਤੋਂ ਬਾਅਦ ਦਾ ਸਾਡਾ ਹੀਰੋ ਇੱਕ ਲੰਬੇ ਗੈਪ ਦੇ ਬਾਅਦ ਕੌਣ ਬਣਦਾ ਹੈ? ਦੁੱਲਾ ਭੱਟੀ ਬਣਦਾ। ਠੀਕ ਹੈ, ਦੁੱਲਾ ਭੱਟੀ ਸਿਰਫ ਸੰਦਲਬਾਰ ਦਾ ਹੀਰੋ ਹੈ, ਭਲੇ ਸਾਡੇ ਸਭ ਦਾ ਪੂਰੇ ਪੰਜਾਬ ਦਾ ਹੀਰੋ ਹੈ, ਚੜ੍ਹਦੇ ਲਹਿੰਦੇ ਦਾ ਦੁਨੀਆ ਜਿੱਥੇ ਪੰਜਾਬੀ ਬੈਠੇ ਆ ਸਾਡਾ ਫਖਰ ਹੈ। ਲੇਕਿਨ ਉਹ ਇੱਕ ਮਖਸੂਸ ਏਰੀਏ ਦੇ ਅੰਦਰ ਉਹ ਸਾਰਾ ਕੁਝ ਕਰ ਰਿਹਾ ਸੀ। ਰਾਜ ਕਿਹਨਾਂ ਦਾ ਸੀ? ਰਾਜ ਮੁਗਲਾਂ ਦਾ ਸੀ, ਮੁਗਲਾਂ ਤੋਂ ਪਹਿਲੇ ਤੁਰਕਿਸ਼ ਦਾ ਸੀ। ਔਰ ਇਹ ਸਾਰਾ ਜਿਹੜਾ ਸਿਨੈਰੀਓ ਚੱਲਦਾ ਰਿਹਾ। ਹੁਣ ਬੋਲੀ ਆਪਣੀ ਕਿਸ ਤਰੀਕੇ ਦੇ ਨਾਲ, ਫਾਰਸੀ ਕਿਸ ਤਰੀਕੇ ਦੇ ਨਾਲ ਮੁਗਲ ਇੱਥੇ ਲੈ ਕੇ ਆਏ, ਉਸੇ ਤਰੀਕੇ ਹੀ ਲੈ ਕੇ ਆਏ ਜਿਵੇਂ ਗੋਰਿਆਂ ਨੇ ਇੱਥੇ ਉਰਦੂ ਲਾਈ। ਗੋਰਿਆਂ ਦੀ ਆਪਣੀ ਇੰਗਲਿਸ਼ ਜ਼ਬਾਨ ਸ਼ਾਇਦ ਉਹਨਾਂ ਨੂੰ ਇੱਥੇ ਲਾਉਂਦੇ ਹੋਇਆ ਬਹੁਤ ਸਾਰੇ ਮਸਾਇਲ ਦਾ ਸਾਹਮਣਾ ਸੀ, ਕਿਉਂਕਿ ਉਹਨਾਂ ਨੇ ਪੂਰੇ ਉਹਦੇ ਤੇ ਇੱਕ ਨਸਲ ਜਾਂ 20-25 ਸਾਲ ਦੇ ਦੇਣੇ ਸੀ। ਉਹ ਇਸ ਲਈ ਇੱਕ ਐਸੀ ਬੋਲੀ ਚਾਹੁੰਦੇ ਸੀ ਜਿਹੜੀ ਸਮਝ ਵੀ ਆ ਜਾਵੇ ਔਰ ਕਰੀਬ ਹੋਵੇ ਸਾਰੀ ਬੋਲੀਆਂ ਦੇ। ਇਸ ਲਈ ਉਹਨਾਂ ਦਾ ਉਰਦੂ ਬਣਾਇਆ ਜਾਣਾ। ਸਾਡਾ ਰਾਜ ਪੰਜਾਬੀਆਂ ਦਾ, ਬਹੁਤ ਸਾਰੇ ਦੋਸਤ ਉਹਨੂੰ ਖਾਲਸਾ ਰਾਜ ਕਹਿੰਦੇ ਨੇ, ਮੈਂ ਤੇ ਉਸ ਨੂੰ ਲਾਹੌਰ ਦਰਬਾਰ ਦਾ ਰਾਜ ਔਰ ਪੰਜਾਬੀ ਰਾਜ ਕਹਿੰਦਾ ਹੁੰਦਾ, ਜਿਹੜਾ 1799 ਦੇ ਵਿੱਚ ਸ਼ੁਰੂ ਹੋ ਕੇ ਤੇ 1849 ਤੱਕ ਚੱਲਦਾ ਹੈ।
ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਥੇ ਦੌਰ ਹੈ ਹੂੰ ਉਹ 1839 ਦੇ ਵਿੱਚ ਮਹਾਰਾਜਾ ਦੀ ਡੈਥ ਹੋ ਜਾਂਦੀ ਹੈ, ਔਰ ਜਿਹੜੇ ਆਖਰੀ 10 ਸਾਲ ਨੇ ਉਹ ਲੜਾਈਆਂ ਬਿੜਾਈਆਂ 'ਚ ਹੀ ਲੱਗ ਜਾਂਦੇ ਨੇ। ਉਹ ਕੋਈ ਉਸ ਤਰੀਕੇ ਦਾ ਰਾਜ ਹੈ ਹੀ ਨਹੀਂ, ਉਹ ਸਰਵਾਈਵਲ ਦੀ ਜੰਗ ਸੀ ਜੋ ਪੰਜਾਬੀ ਸਰਵਾਈਵ ਨਹੀਂ ਕਰ ਸਕੇ, ਔਰ ਚੇਲਿਆਂ ਵਾਲੇ ਦੀ ਆਖਰੀ ਜੰਗ ਦੇ ਨਹੀਂ, ਵਿੱਚ ਪਰ ਗੋਰਾ ਇੱਥੇ ਕਾਬੂ ਹੋ ਗਿਆ। ਉਸ ਪੀਰੀਅਡ ਦੇ ਵਿੱਚ ਵੀ ਸਪੈਸੀਫਿਕਲੀ ਉਸ ਪੀਰੀਅਡ ਦੇ ਵਿੱਚ ਵੀ ਜੀ ਮੈਂ ਜਿਹੜੇ 50 ਉਹੀ ਸਾਲ ਗੱਲ ਸਨ ਮੈਂ ਮਹਾਰਾਜਾ ਰਣਜੀਤ ਸਿੰਘ ਦੇ, ਮੈਂ ਉੱਥੇ ਹੀ ਆ ਰਿਹਾ। ਉਹਦੇ ਉਹ ਵਿੱਚ ਵੀ ਜਿਹੜਾ ਟਾਈਮ ਪੀਰੀਅਡ ਹੈ, ਪਰਸ਼ੀਅਨ ਜੀ ਰਹੇ। ਜੀ ਹੂੰ ਦੇਖੋ, ਜਦੋਂ ਵੀ ਕੁਝ ਲੋਕ ਤੁਹਾਡੇ ਤੇ ਇੱਥੇ ਫਾਰਨਰ ਇੱਥੇ ਆ ਕੇ ਰੂਲ ਕਰਨਗੇ ਨਾ, ਤਾਂ ਕਿਸੇ ਨਾ ਕਿਸੇ ਬੁਨਿਆਦ ਦੇ ਤਹਿਤ ਕਰਨਗੇ। ਇੱਥੋਂ ਦਾ ਜਿਹੜਾ ਅਸੀਂ ਜੀ ਦੇਖਦੇ ਹਾਂ, ਅਕਬਰ ਤੋਂ ਬਾਅਦ ਇੱਥੋਂ ਦਾ ਜਿਤਨਾ ਹੈ ਮੁਗਲ ਬਾਦਸ਼ਾਹ ਜਿਤਨੇ ਆਏ, ਉਹਨਾਂ ਨੇ ਮਜ਼ਹਬੀ ਕਾਰਡ ਯੂਜ਼ ਕੀਤਾ ਹੈ, ਔਰ ਜਿਹੜਾ ਔਰੰਗਜ਼ੇਬ ਆਲਮਗੀਰ ਤੱਕ ਸੀ ਉਹ ਮਜ਼ਹਬੀ ਕਾਰਡ ਬਹੁਤ ਜ਼ਿਆਦਾ ਵੱਧ ਚੁੱਕਾ ਸੀ, ਔਰ ਔਰੰਗਜ਼ੇਬ ਆਲਮਗੀਰ ਦੇ ਜਿਹੜੇ ਜਿਤਨੇ ਜ਼ੁਲਮ ਉਸ ਟਾਈਮ ਕਰ ਰਹੀ ਸੀ ਉਹ ਮਜ਼ਹਬੀ ਕਾਰਡ ਦੇ ਥਰੂ ਕਰ ਰਹੀ ਸੀ। ਮੁਸਲਿਮ ਕਮਿਊਨਿਟੀ ਨੂੰ ਜ਼ਿਆਦਾ ਮੌਲਵੀ ਬਣਾਉਣ ਦੇ ਵਿੱਚ ਇੱਕ ਸੂਫੀ ਬਿਆਨੀਏ ਤੋਂ ਉਹ ਔਰੰਗਜ਼ੇਬ ਆਲਮਗੀਰ ਦਾ ਬਹੁਤ ਵੱਡਾ ਕਿਰਦਾਰ ਹੈ। ਸੋ ਉਸ ਵੇਲੇ ਜਿਹੜੇ ਆਪਸੀ ਇਹ ਸਿੱਖ ਮੁਸਲਮਾਨ ਇਹਨਾਂ ਦਾ ਇਹ ਵਜੂਦ ਬਣ ਚੁੱਕਿਆ ਸੀ, ਜਿਸ ਨੂੰ ਗੋਰੇ ਨੇ ਬਾਅਦ ਵਿੱਚ ਆ ਕੇ ਮਜ਼ਬੂਤ ਕੀਤਾ। ਹੁਣ ਮਹਾਰਾਜਾ ਰਣਜੀਤ ਸਿੰਘ ਜਦੋਂ ਪੰਜਾਬ ਦੀ ਬਦਹਾਲੀ ਹੁੰਦੀ ਹੈ ਔਰੰਗਜ਼ੇਬ ਤੋਂ ਬਾਅਦ, ਫਿਰ ਇੱਕ ਲੰਬਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ, ਨਾਦਰ ਸ਼ਾਹ ਦੁਰਾਨੀ ਦੇ ਪੰਜਾਬ 'ਤੇ ਹਮਲੇ ਹੁੰਦੇ, ਸਿੱਖਾਂ ਦੀਆਂ ਮਿਸਲਾਂ ਬਣਦੀਆਂ, ਔਰ ਇਹ ਸਾਰਾ ਕੁਝ ਇੱਕ ਧਾਰਮਿਕ ਵੰਡ ਜਿਹੜੀ ਉਹ ਵਾਜ਼ੇ ਹੋ ਚੁੱਕੀ ਹੁੰਦੀ। ਉਸ ਧਾਰਮਿਕ ਵੰਡ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਜੀ ਇੱਕ ਸੈਕੂਲਰ ਬਿਆਨੀ ਦੇ ਤਹਿਤ ਆਪਣੀ ਹਕੂਮਤ ਕਾਇਮ ਕਰਦਾ, ਜਿਸ ਦੇ ਵਿੱਚ ਉਹਦੇ ਮਿਨਿਸਟਰ ਮੁਸਲਿਮ ਵੀ ਹਨ, ਉਹਦੇ ਮਿਨਿਸਟਰ ਹਿੰਦੂ ਵੀ ਹਨ, ਔਰ ਉਸ ਦੀ ਹਕੂਮਤ ਦੇ ਵਿੱਚ ਸਿੱਖ ਲੋਕ ਵੀ ਹਨ। ਮਹਾਰਾਜਾ ਰਣਜੀਤ ਸਿੰਘ ਨੇ ਸਵਾਲ ਛੇੜਾ ਹੈ ਪੰਜਾਬੀ ਲੈਂਗੁਏਜ ਵਾਲਾ, ਕਿ ਤੁਸੀਂ ਫਾਰਸੀ ਦਾ ਖੇੜਾ ਛੱਡ ਦਿੰਦੇ ਆ, ਹੁਣ ਅਸੀਂ ਇਸ ਵੱਲ ਆ ਜਾਂਦੇ। ਔਰ ਇਹ ਜਿਹੜੇ ਫਕੀਰ ਅਜ਼ੀਜ਼ੁਦੀਨ ਸਾਹਿਬ ਸਨ, ਉਹਨਾਂ ਦੇ ਭਾਈ ਸਨ, ਉਹਨਾਂ ਨੇ ਮਨਾ ਕੀਤਾ ਪਿਛਲੀ ਹਿਸਟਰੀ ਨੂੰ ਦੇਖਦੇ ਹੋਏ ਕਿ ਅਗਰ ਅਸੀਂ ਇੱਥੇ ਸਿਰਫ ਪੰਜਾਬੀ ਨੂੰ ਇਸ ਤਰੀਕੇ ਨਾਲ ਲਿਆਵਾਂਗੇ ਤੇ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹ ਫਾਰਸੀ ਤੇ ਐਂਗਰ ਸ਼ੋ ਕਰੇਗੀ। ਸੋ ਇੱਥੋਂ ਦਾ ਧਾਰਮਿਕ ਜਿਹੜੀ ਇਹ ਖੇਡ ਖੇਡੀ ਗਈ ਹੈ ਉਹ ਗੋਰੇ ਨੇ ਉਸ ਨੂੰ ਮਜ਼ਬੂਤ ਕੀਤਾ, ਲੇਕਿਨ ਇਹ ਸੋਚ ਪਹਿਲੇ ਹੈ ਸੀ। ਉਸ ਫਸਾਦ ਤੋਂ ਬਚਦੇ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹ ਕਾਰ ਮੁਖਤਿਆਰ ਉਂਝ ਹੀ ਚੱਲਣ ਦਿੱਤਾ ਫਾਰਸੀ ਦੇ ਵਿੱਚ, ਜਿਵੇਂ ਪਹਿਲੇ ਚੱਲ ਰਹੀ ਸੀ। ਮਹਾਰਾਜਾ ਦੀ ਸੋਚ ਇਹ ਸੀ ਕਿ ਪੰਜਾਬੀ ਦਾ ਇੱਥੇ ਨਿਫਾਜ਼ ਕੀਤਾ ਜਾਵੇ, ਔਰ ਇਹਦੀ ਸਾਡੇ ਕੋਲ ਹਿਸਟਰੀ ਵੀ ਹੈ ਔਰ ਮਜ਼ਬੂਤ ਹਿਸਟਰੀ ਹੈ, ਦਲੀਲ ਦੇ ਨਾਲ ਹੈ ਕਿ ਮਹਾਰਾਜਾ ਇਹ ਚਾਹੁੰਦਾ ਸੀ। ਮਹਾਰਾਜਾ ਨੇ ਆਪਣੇ ਜਿਤਨੇ ਮੁਸਲਿਮ ਮਿਨਿਸਟਰ ਸਨ, ਜਿਹੜੇ ਉਸ ਟਾਈਮ ਦੇ ਉਹਨਾਂ ਦੇ ਵਜ਼ੀਰ ਖਾਰਜਾ ਸਨ, ਉਹਨਾਂ ਦੇ ਨਾਲ ਇਹ ਸਾਰੀ ਚੀਜ਼ ਡਿਸਕਸ ਵੀ ਕੀਤੀ ਹੈ, ਜਿਨ੍ਹਾਂ ਦਾ ਅੱਜ ਵੀ ਉਹਨਾਂ ਦੇ ਫਕੀਰ ਖਾਨਦਾਨ ਦੇ ਦਾਨਿਸ਼ਵਰ ਹਨ। ਉਹਨਾਂ ਦਾ ਤੁਸੀਂ ਚਾਹੋਗੇ ਤੇ ਇਸ ਤੇ ਅਸੀਂ ਟਾਕ ਕਰ ਸਕਦੇ ਹਾਂ, ਉਹਨਾਂ ਕੋਲ ਪੂਰੇ ਪ੍ਰੂਫ ਹੈ ਇਸ ਗੱਲ। ਲੇਕਿਨ ਇਹੀ ਹੈ ਕਿ ਜਿਹੜੀ ਧਾਰਮਿਕ ਪੰਜਾਬ ਦੀ ਬਰਬਾਦੀ ਜਿਹੜੀ ਹੈ ਉਹਦੇ ਸਾਨੂੰ ਇੱਕ ਨੁਕਤਾ ਸਮਝਣਾ ਪਏਗਾ ਕਿ ਕਿਤੇ ਕੌਮੀ ਸ਼ਨਾਖਤ ਮਜ਼ਹਬ ਮਜ਼ਬੂਤ ਕਰਦਾ ਹੈ, ਲੇਕਿਨ ਕਿਤੇ ਜਿਵੇਂ ਪੰਜਾਬ ਹੈ ਇੱਥੇ ਕੌਮੀ ਸ਼ਨਾਖਤ ਮਜ਼ਹਬ ਤਬਾਹ ਕਰਦਾ ਹੈ, ਔਰ ਮਜ਼ਹਬਾਂ ਨੇ ਹੀ ਇਸ ਨੂੰ ਤਬਾਹ ਕੀਤਾ। ਜੀ ਬਿਲਕੁਲ, ਬਹੁਤ ਖੂਬ ਲਾਈਨਾਂ ਤੁਸੀਂ ਆਖੀਆਂ ਨੇਗੀਆਂ। ਐਵੇਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਅਸੀਂ ਜਿਨ੍ਹਾਂ ਤੋਂ ਤੁਸੀਂ ਬੜੇ ਮੁਤਾਸਿਰ ਹੋ, ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਪੀਲੂ, ਇਹਨਾਂ ਸਾਰਿਆਂ ਦੀਆਂ ਜਿਹੜੀ ਕਿ ਮੈਂ ਸਕੂਲ ਦੇ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਇਨਕੇ ਹਾਈ ਸਕੂਲ ਤੱਕ, ਤੇ ਇਹ ਚੀਜ਼ਾਂ ਸਾਡੇ ਜਿਹੜੇ ਕੈਰੀਕੁਲਮ ਆ ਉਹਦਾ ਹਿੱਸਾ ਨਹੀਂ ਗੀਆਂ। ਤੇ ਇੱਕ ਮੈਨੂੰ ਲੱਗਿਆ ਕਿ ਇੱਕ ਗੱਲ ਵਿਊਅਰਸ ਤੱਕ ਪਹੁੰਚਣੀ ਚਾਹੀਦੀ ਹੈ ਤੇ ਪਤਾ ਲੱਗੇ ਕਿ ਇਹ ਜਿਹੜੇ ਬਹੁਤ ਵੱਡੇ ਕਵੀ ਸਨ ਆਪਣੇ ਟਾਈਮ ਦੇ, ਤੇ ਇੱਕ ਸੂਫੀ ਸਨ, ਸੰਤ ਸਨ, ਉਹਨਾਂ ਦਾ ਜ਼ਿਕਰ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਹੁੰਦਾ ਹੈ। ਜੀ ਅਹਿਮਦ ਰਜ਼ਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਿਆ, ਦੀ ਡਾਇਲੋਗ ਟਾਈਮ ਦੇ ਮੰਚ ਤੇ ਆ ਕੇ ਆਪਣੇ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਅਮਰਿੰਦਰ ਸਿੰਘ ਜੀ, ਔਰ ਦੀ ਡਾਇਲੌਗ ਟਾਈਮ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਵਾਰੀ ਹੋਰ ਸਾਰੇ ਸੁਣਨ ਵਾਲਿਆਂ ਨੂੰ ਇਹੀ ਜਾਂਦੇ ਜਾਂਦੇ ਅਸੀਂ ਮੈਸੇਜ ਦੇਵਾਂਗੇ ਕਿ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਵੀ ਬੈਠੇ ਹੋ ਜੀ ਆਪਣੀ ਆਈਡੈਂਟਿਟੀ ਨਾ ਭੁੱਲੋ, ਆਪਣੀ ਜ਼ੁਬਾਨ ਨਾ ਭੁੱਲੋ, ਆਪਣਾ ਕਲਚਰ ਨਾ ਭੁੱਲੋ। ਔਰ ਜਦੋਂ ਅਸੀਂ ਇਹਨਾਂ ਹੀ ਲਾਈਨਸ ਤੇ ਅਸੀਂ ਸੋਚਾਂਗੇ ਤੇ ਫਿਰ ਪੰਜਾਬੀ ਬਹੁਤ ਮਜ਼ਬੂਤ ਹੈ। ਮਜ਼ਹਬਾਂ ਨੇ ਸਾਨੂੰ ਬਹੁਤ ਵੰਡਿਆ, ਲੋਕਾਂ ਨੇ ਬਹੁਤ ਵੰਡਿਆ, ਲੇਕਿਨ ਹੁਣ ਅਸੀਂ ਮਜ਼ਹਬਾਂ ਦੇ ਵਿੱਚ ਜਿਹੜਾ ਇੱਕ ਭਗਤੀ ਲਹਿਰ ਜਿਹੜੀ ਮੂਵਮੈਂਟ ਚੱਲੀ ਸੀ, ਜਿਹੜੀ ਲਾਈਨ ਚੁਣੀ ਸੀ ਸਾਡੇ ਸੂਫੀਆਂ, ਸਾਡੇ ਗੁਰੂਆਂ, ਸਾਨੂੰ ਉਸ ਦੇ ਸੋਚਣਾ ਹੋਏਗਾ। ਆਪਸੀ ਪਿਆਰ ਨੂੰ ਸਾਨੂੰ ਵਧਾਵਾ ਦੇਣਾ ਹੋਏਗਾ, ਔਰ ਇਹ ਸਭ ਬੰਦੇ ਸੱਚੇ ਰੱਬ ਦੇ ਬੰਦੇ ਸਾਨੂੰ ਮੰਨਣੇ ਹੋਣਗੇ, ਔਰ ਇਹਨਾਂ ਬੰਦਿਆਂ ਵਾਸਤੇ ਸਾਨੂੰ ਬਹੁਤ ਬਿਹਤਰ ਇੱਕ ਫਿਊਚਰ ਉਹ ਦੇਣਾ ਹੋਵੇ। ਜੀ ਤੁਹਾਡਾ ਇੱਕ ਵਾਰ ਫੇਰ ਦੀ ਡਾਇਲੋਗ ਟਾਈਮ ਦੇ ਮੰਚ ਤੇ ਆ ਕੇ
ਥੈਂਕ ਯੂ ਆਪਣੇ ਵਿਚਾਰ ਸਾਂਝੇ ਕਰਨ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ।